आसा शेख फरीद जियो की बाणी। इक ओंकार सतगुर प्रसाद। दिलों मोहब्बत जिना सेई सचेया। जिन मन होर मुख होर से कांडे कचया। दिलों मोहब्बत जिना सेई सचया। जिन मन होर मुख होर से कांडे कचया। रते इश्क खुदा रंग दीदार के। विसरिया जिनो ना ते भोए भारतीये रहा। आप लिए लड़ लाए दर दरवेश से। तेन धन जनेंदी माओ आए सफल से। परवदगार अपार अगम बेअंत तू। जिना पछाता सच चुमा पैर मुँह। तेरी पनाह खुदा तू बख्शंदगी। शेख फरीद खैर दीजै बंदगी। तेरी पनाह खुदाए तू बख्शंदगी। शेख फरीद खैर दीजै बंदगी। परम सत्कारयोग शब्द गुरु धन धन गुरु ग्रंथ साहिब सच्चे पातशाह महाराज जी दे पावन दरबार दियां हाज़रियां भर रहे गुरु प्यारे गुरु सवारे सतसंगी जनों अकाल पुरख जी की अपार बख्शिश कृपा सदका सतगुरु महाराज के पावन हजूर सज के गुरु महाराज की अमृतमयी पावन बाणी का पाठ ते कीर्तन आप सरबत संगत नूं गुरु सवारियां ने श्रवण करवाया है। आओ नियत कीते हुए समय के अनुसार सतगुरु पातशाह जी की पावन बाणी की विचार के नाल अपनियां बिरतियां नूं इकाग्र करन दा यतन करिए। सतगुरां दे पावन शब्द की विचार आरंभ करन तो पहला हजूर पिता जी की बख्शिश की हुई पावन फतेह नाल सांझ बनाओ। सरबत संगत आखो जी वाहिगुरू जी का खालसा वाहिगुरू जी की फतेह। धन गुरु ग्रंथ साहिब महाराज जी की मुबारक बाणी विच जितने भी महान पुरखों का उपदेश सुभाईमान है, चाहे वह गुरु साहिबान हैं, चाहे वह भगत साहिबान ने, गुरसिखां की बाणी है, भट्ट साहिबाना की बाणी है, सबना विचों जो समय के तौर उत्ते पुराने महापुरख हैं वो हैं शेख फरीद साहब।
ਜਿਨ੍ਹਾਂ ਦੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮੁਬਾਰਕ ਬਾਣੀ ਦੇ ਅੰਦਰ ਬਾਣੀ ਦਰਜ ਹੈ। ਪੰਜਾਬ ਦੇ ਨਿਵਾਸੀ ਸੂਫੀ ਮਹਾਂਪੁਰਖ ਸ਼ੇਖ ਫਰੀਦ ਸਾਹਿਬ, ਜਿਨ੍ਹਾਂ ਦੀ ਬੋਲੀ ਬੜੀ ਮਿੱਠੀ ਔਰ ਠੇਠ ਹੈ, ਜਿਹੜੀ ਧੁਰ ਅੰਦਰ ਤੱਕ ਉਤਰ ਜਾਂਦੀ ਹੈ। ਦੂਸਰਾ ਇੱਕ ਨੁਕਤਾ ਜੋ ਆਪ ਜੀ ਦੇ ਨਾਲ ਸਾਂਝਾ ਕਰਕੇ ਆਪਾਂ ਸ਼ਬਦ ਦੀ ਵਿਚਾਰ ਵਾਲੇ ਪਾਸੇ ਨੂੰ ਤੁਰਾਂਗੇ। ਵੈਸੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜਿੱਥੇ ਵੀ ਰਾਗ ਦੇ ਨਿਯਮ ਦੇ ਅਨੁਸਾਰ, ਕਿਉਂਕਿ ਪਹਿਲਾਂ ਗੁਰੂ ਸਾਹਿਬਾਨਾਂ ਦੀ ਬਾਣੀ ਆਉਂਦੀ ਹੈ, ਜੇ ਕਿਸੇ ਰਾਗ ਦੇ ਵਿੱਚ ਵਾਰ ਹੋਵੇ ਤੇ ਵਾਰ ਦਰਜ ਕੀਤੀ ਹੋਈ ਹੁੰਦੀ ਹੈ, ਜੇ ਨਾ ਹੋਵੇ ਤਾਂ ਤਰਤੀਬ ਮੁਤਾਬਕ ਅਖੀਰ ਉੱਤੇ ਭਗਤ ਸਾਹਿਬਾਨਾਂ ਦੀ ਬਾਣੀ ਉਸ ਰਾਗ ਦੀ ਸਮਾਪਤੀ ਉੱਤੇ ਸਤਿਗੁਰੂ ਪਾਤਸ਼ਾਹ ਨੇ ਦਰਜ ਕੀਤੀ ਹੈ। ਜਿੱਥੋਂ ਵੀ ਭਗਤ ਸਾਹਿਬਾਨਾਂ ਦੀ ਬਾਣੀ ਆਰੰਭ ਹੁੰਦੀ ਹੈ, ਉਸ ਦੇ ਉੱਪਰ ਜੋ ਸਿਰਲੇਖ ਪਾਤਸ਼ਾਹ ਨੇ ਪਾਇਆ, ਬਾਣੀ ਭਗਤਾਂ ਕੀ, ਔਰ ਜਦੋਂ ਸਾਂਝਾ ਸਿਰਲੇਖ ਸਤਿਗੁਰੂ ਜੀ ਨੇ ਬਾਣੀ ਭਗਤਾਂ ਕੀ ਜਾਂ ਭਗਤਾਂ ਕੀ ਬਾਣੀ ਰਾਗ ਦੇ ਨਾਲ ਸੰਬੰਧਿਤ ਕਰਕੇ, ਜਦੋਂ ਇਕੱਲਾ ਨਾਮ ਕਿਸੇ ਦਾ ਆਇਆ, ਭਗਤ ਕਬੀਰ ਜੀ ਆਇਆ, ਭਗਤ ਰਵਿਦਾਸ ਜੀ ਆਇਆ, ਭਗਤ ਧੰਨਾ ਜੀ ਆਇਆ ਇਤਿਆਦਿਕ, ਜਦੋਂ ਕੱਲਾ ਨਾਮ ਵੀ ਕਿਸੇ ਮਹਾਂਪੁਰਖ ਦਾ ਲਿਖਿਆ ਤੇ ਉਹਨਾਂ ਦੇ ਨਾਮ ਨਾਲ ਭਗਤ ਸ਼ਬਦ ਸਤਿਗੁਰੂ ਜੀ ਨੇ ਬਾਣੀ 'ਚ ਲਿਖਿਆ। ਪਰ ਜਿਸ ਵੇਲੇ ਫਰੀਦ ਸਾਹਿਬ ਜੀ ਦਾ ਨਾਮ ਇਕੱਲਾ ਆਏਗਾ, ਇਹ ਬੜੀ ਧਿਆਨ ਦੇਣ ਯੋਗ ਗੱਲ ਹੈ ਕਿ ਉਹਨਾਂ ਦੇ ਨਾਮ ਨਾਲ ਭਗਤ ਨਹੀਂ, ਸ਼ੇਖ ਸ਼ਬਦ ਵਰਤਿਆ ਹੋਵੇਗਾ। ਜਿਵੇਂ ਸ਼ਲੋਕ ਸ਼ੇਖ ਫਰੀਦ ਜੀਓ ਕੇ, ਭਗਤ ਫਰੀਦ ਜੀਓ ਕੇ ਨਹੀਂ। ਇਸੇ ਤਰ੍ਹਾਂ ਹੀ ਇਹ ਜਿਹੜਾ ਸਲੇਖ, ਜਿਸ ਸ਼ਬਦ ਨੂੰ ਆਪਾਂ ਵਿਚਾਰਨ ਵਾਸਤੇ ਪਾਠ ਕੀਤਾ ਹੈ, ਆਸਾ ਸ਼ੇਖ ਫਰੀਦ ਜੀਓ ਕੀ ਬਾਣੀ, ਆਸਾ ਰਾਗ ਦੇ ਅੰਦਰ ਸ਼ੇਖ ਫਰੀਦ ਸਾਹਿਬ ਜੀ ਦੀ ਬਾਣੀ ਹੈ। ਇਹ ਸ਼ਬਦ ਹੈ। ਸ਼ੇਖ ਸ਼ਬਦ ਦਾ ਭਾਵ ਉਹੋ ਹੀ ਹੈ ਜਿਹੜਾ ਭਗਤ ਸ਼ਬਦ ਹੈ। ਜਿਹੜੀ ਅਵਸਥਾ, ਜਿਹੜਾ ਜੀਵਨ ਭਗਤ ਦਾ ਹੈ, ਉਹੋ ਹੀ ਅਵਸਥਾ ਤੇ ਉਹੋ ਹੀ ਜੀਵਨ ਸ਼ੇਖ ਦਾ ਹੈ। ਦੋਵੇਂ ਸਮਾਨ ਅਰਥੀ ਸ਼ਬਦ ਨੇ। ਦਰਅਸਲ ਗੁਰੂ ਪਾਤਸ਼ਾਹਾਂ ਤੋਂ ਪਹਿਲਾਂ ਜਾਂ ਉਹਨਾਂ ਦੇ ਸਮੇਂ ਵਿੱਚ ਜਿਹੜੇ ਵੀ ਮਹਾਂਪੁਰਖ ਹੋਏ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੁਭਾਇਮਾਨ ਹੈ, ਇਸ ਨੁਕਤੇ ਨੂੰ ਧਿਆਨ ਨਾਲ ਸਮਝਣ ਦਾ ਆਪਾਂ ਸਾਰਿਆਂ ਨੇ ਯਤਨ ਕਰਨਾ ਹੈ ਕਿ ਫਰੀਦ ਸਾਹਿਬ ਦਾ ਨਾਮ ਪ੍ਰਚਲਿਤ ਸੀ ਸ਼ੇਖ ਫਰੀਦ। ਸਤਿਗੁਰੂ ਨੇ ਉਹੀ ਨਾਮ ਵਰਤਿਆ ਜੋ ਪਹਿਲਾਂ ਮੌਜੂਦ ਸੀ, ਉਹਦੇ ਵਿੱਚ ਵਾਧਾ ਘਾਟਾ ਨਹੀਂ ਕੀਤਾ। ਬਾਬਾ ਰਵਿਦਾਸ ਜੀ ਦੇ ਨਾਮ ਨਾਲ ਭਗਤ ਸ਼ਬਦ ਆਰੰਭ ਤੋਂ ਜੁੜਿਆ ਆ ਰਿਹਾ ਸੀ, ਸਤਿਗੁਰਾਂ ਨੇ ਉਸੇ ਰੂਪ ਵਿੱਚ ਹੀ ਵਰਤਿਆ। ਨਾਮਦੇਵ ਸਾਹਿਬ ਨੂੰ ਲੋਕ ਭਗਤ ਨਾਮਦੇਵ ਜੀ ਕਹਿੰਦੇ ਸਨ, ਸਤਿਗੁਰਾਂ ਨੇ ਉਹੀ ਸ਼ਬਦ ਬਾਣੀ ਦੇ ਵਿੱਚ ਉਹਨਾਂ ਪ੍ਰਥਾਏ ਵਰਤਿਆ। ਹੁਣ ਵੈਸੇ ਆਪਾਂ ਕਹਿੰਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਿੱਖਾਂ ਦੀ ਬਾਣੀ ਹੈ ਤੇ ਭੱਟਾਂ ਦੀ ਬਾਣੀ ਹੈ। ਜੇ ਅਸੀਂ ਥੋੜਾ ਜਿਹਾ ਗੌਰ ਨਾਲ ਇਤਿਹਾਸ ਨੂੰ ਪੜ੍ਹ ਕੇ ਵੇਖੀਏ ਤੇ ਭੱਟ ਵੀ ਗੁਰੂ ਪਾਤਸ਼ਾਹ ਦੇ ਸਿੱਖ ਹੀ ਸਨ। ਜਿਹੜੇ ਭੱਟ ਸਨ, ਉਹਨਾਂ ਨੇ ਵੀ ਤੀਸਰੇ ਪਾਤਸ਼ਾਹ ਦੇ ਦਰਬਾਰ ਵਿੱਚ ਆ ਕੇ ਸਤਿਗੁਰਾਂ ਦੇ ਕੋਲੋਂ ਸਿੱਖੀ ਦੀ ਦਾਤ ਲਈ ਤੇ ਗੁਰੂ ਪਾਤਸ਼ਾਹ ਦੇ ਸਿੱਖ ਬਣ ਗਏ। ਜੇ ਅਸੀਂ ਸਿੱਖਾਂ ਦੀ ਗਿਣਤੀ ਕਰਨ ਲੱਗੀਏ ਤੇ ਭੱਟ ਵੀ ਸਿੱਖਾਂ ਦੀ ਗਿਣਤੀ ਵਿੱਚ ਹੀ ਆਉਣਗੇ। 11 ਭੱਟ ਨੇ। ਹੁਣ ਪਰ ਜਿਸ ਵੇਲੇ ਅਸੀਂ ਇੱਕ ਡਿਫਰੈਂਸ ਰੱਖਦੇ ਹਾਂ ਕਿ ਜਿਹੜਾ ਪ੍ਰਚਲਿਤ ਨਾਮ ਉਹਨਾਂ ਦਾ ਪਹਿਲੋਂ ਚੱਲਿਆ ਆ ਰਿਹਾ ਭੱਟ, ਭੱਟ ਇੱਕ ਐਸੀ ਸ਼੍ਰੇਣੀ ਹੈ ਜਿਹੜੀ ਉਸ ਸਮੇਂ ਦੀ ਸਭ ਤੋਂ ਵੱਧ ਪੜ੍ਹੀ ਲਿਖੀ ਸ਼੍ਰੇਣੀ ਹੁੰਦੀ ਸੀ। ਇਸੇ ਸ਼੍ਰੇਣੀ ਵਿੱਚੋਂ ਹੀ ਬਹੁਤੇ ਲੋਕ ਜਿਹੜੇ ਸਨ ਉਹ ਰਾਜ ਦਰਬਾਰਾਂ ਵਿੱਚ ਜਾਂ ਅਮੀਰਾਂ ਦੇ ਨੌਕਰ, ਸੈਕਟਰੀ ਇਤਿਆਦਿਕ ਜਾਂ ਹਿਸਾਬ ਕਿਤਾਬ ਰੱਖਣ ਵਾਲੇ ਮੁਨੀਮ ਲੱਗਦੇ ਸਨ। ਇਸ ਸ਼੍ਰੇਣੀ ਵਿੱਚੋਂ ਹੀ ਬਹੁਤੇ ਲੋਕ ਕਵੀ ਹੁੰਦੇ ਸਨ। ਇਸੇ ਸ਼੍ਰੇਣੀ ਵਿੱਚੋਂ ਹੀ ਬਹੁਤੇ ਲੋਕ ਉਸ ਸਮੇਂ ਵਹੀਆਂ ਲਿਖਦੇ, ਇਤਿਹਾਸ ਲਿਖਦੇ ਸਨ ਤੇ ਇਸੇ ਸ਼੍ਰੇਣੀ ਵਿੱਚੋਂ ਹੀ ਬਹੁਤੇ ਲੋਕ ਧਾਰਮਿਕ ਵਿਦਵਾਨ ਮੰਨੇ ਜਾਂਦੇ ਸਨ, ਜਿਨ੍ਹਾਂ ਨੇ ਧਰਮ ਗ੍ਰੰਥਾਂ ਦਾ ਬਹੁਤ ਡੂੰਘਾ ਅਧਿਐਨ ਕਰਕੇ ਲੋਕਾਂ ਦੇ ਨਾਲ ਉਹਨਾਂ ਧਰਮ ਗ੍ਰੰਥਾਂ ਦੀਆਂ ਗੱਲਾਂ ਨੂੰ ਸਾਂਝੀਆਂ ਕਰਨਾ ਹੁੰਦਾ ਸੀ। ਤਾਂ ਕੁੱਲ ਮਿਲਾ ਕੇ ਇਹਨਾਂ ਦੀਆਂ ਅੱਗੋਂ ਕਈ ਸ਼੍ਰੇਣੀਆਂ ਬਣ ਜਾਂਦੀਆਂ ਸਨ, ਪਰ ਮੂਲ ਰੂਪ ਵਿੱਚ ਭੱਟਾਂ ਦੀ ਸ਼੍ਰੇਣੀ ਪੜ੍ਹੀ ਲਿਖੀ ਸ਼੍ਰੇਣੀ ਮੰਨੀ ਜਾਂਦੀ ਸੀ। ਇਸ ਵਾਸਤੇ ਜਦੋਂ ਅਸੀਂ ਇਹ ਜ਼ਿਕਰ ਕਰਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇੰਨੇ ਗੁਰੂ ਪਾਤਸ਼ਾਹਾਂ ਦੀ, ਇੰਨੇ ਭਗਤ ਸਾਹਿਬਾਨਾਂ ਦੀ, ਇੰਨੇ ਸਿੱਖਾਂ ਦੀ, ਇੰਨੇ ਭੱਟਾਂ ਦੀ ਬਾਣੀ ਹੈ, ਤੇ ਭੱਟ ਵੀ ਬੇਸਿਕਲੀ ਗੁਰੂ ਅਮਰਦਾਸ ਮਹਾਰਾਜ ਦੇ ਸਮੇਂ ਵਿੱਚ ਆ ਕੇ ਇਹਨਾਂ ਨੇ ਸਿੱਖੀ ਧਾਰਨ ਕੀਤੀ।
ਖੈਰ ਇਹ ਅਸੀਂ ਕੇਵਲ ਫਰਕ ਰੱਖਣ ਵਾਸਤੇ, ਗੱਲ ਨੂੰ ਸਮਝਣ ਵਾਸਤੇ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਉਹਨਾਂ ਵਿਦਵਾਨ ਭੱਟ ਸਾਹਿਬਾਨਾਂ ਦੀ ਬਾਣੀ ਵੀ ਦਰਜ ਹੈ ਜਿਹੜੇ ਆਰੰਭ ਤੋਂ ਹੀ ਭੱਟ ਖਵਾਉਂਦੇ ਸਨ, ਵਿਦਵਾਨ ਸਨ, ਧਾਰਮਿਕ ਗਿਆਨ ਨਾਲ ਪੂਰੀ ਤਰ੍ਹਾਂ ਨਿਪੁੰਨ ਸਨ। ਜਦੋਂ ਉਹਨਾਂ ਨੇ ਗੁਰੂ ਪਾਤਸ਼ਾਹ ਜੀ ਦੀ ਸਿੱਖੀ ਨੂੰ ਪ੍ਰਵਾਨ ਕੀਤਾ ਤੇ ਹਜ਼ੂਰ ਮਹਾਰਾਜ ਦੇ ਪ੍ਰਥਾਏ ਜਾਂ ਸਤਿਗੁਰੂ ਦੀ ਸ਼ੋਭਾ ਵਿੱਚ ਜਾਂ ਰੱਬੀ ਉਸਤਤ ਵਿੱਚ ਜਿਹੜੇ ਉਹਨਾਂ ਨੇ ਸਵਈ ਉਚਾਰਨ ਕੀਤੇ, ਪਾਤਸ਼ਾਹ ਨੇ ਉਹ ਬਾਣੀ ਵੀ ਉਹਨਾਂ ਦੀ ਦਰਜ ਕਰ ਲਈ। ਉਹ ਸਿੱਖ ਜਿਹੜੇ ਹਜ਼ੂਰ ਮਹਾਰਾਜ ਦੇ ਨਿਕਟਵਰਤੀ ਨੇ, ਹਜ਼ੂਰੀ ਸਿੱਖ ਨੇ, ਗੁਰਮਤਿ ਦਾ ਆਸ਼ਾ ਸਪਸ਼ਟ ਕਰਨ ਵਾਲੀਆਂ ਜੋ ਉਹਨਾਂ ਦੀਆਂ ਬਾਣੀਆਂ ਨੇ ਉਹ ਵੀ ਦਰਜ ਕੀਤੀਆਂ ਨੇ। ਇਸੇ ਤਰ੍ਹਾਂ ਉਹ ਮਹਾਨ ਮਹਾਂਪੁਰਖ ਜਿਹੜੇ ਭਗਤਾਂ ਦੀ ਸ਼੍ਰੇਣੀ ਵਿੱਚ ਰੱਖੇ ਗਏ, ਜਿਨ੍ਹਾਂ ਦਾ ਨਾਮ ਪਹਿਲਾਂ ਤਾਂ ਹੀ ਭਗਤ ਰੂਪ ਵਿੱਚ ਪ੍ਰਸਿੱਧ ਹੈ, ਉਹਨਾਂ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਸੁਭਾਏਮਾਨ ਸਤਿਗੁਰੂ ਜੀ ਨੇ ਕਰ ਲਈ। ਇਸ ਵਾਸਤੇ ਜਦੋਂ ਅਸੀਂ ਫਰੀਦ ਸਾਹਿਬ ਜੀ ਦਾ ਨਾਮ ਬਾਣੀ ਦੇ ਵਿੱਚ ਪੜ੍ਹਾਂਗੇ ਤਾਂ ਉਹਨਾਂ ਦੇ ਨਾਮ ਦੇ ਨਾਲ ਸ਼ੇਖ ਸ਼ਬਦ ਜਿਹੜਾ ਹੈ ਉਹ ਸਤਿਗੁਰੂ ਜੀ ਨੇ ਵਰਤੋਂ ਵਿੱਚ ਲਿਆਂਦਾ। ਇੱਕ ਹੋਰ ਨੁਕਤਾ ਆਪ ਜੀ ਦੇ ਨਾਲ ਸਾਂਝਾ ਕਰਦਾ। ਸ਼ੇਖ ਦੀ ਪਦਵੀ ਬਹੁਤ ਸਤਿਕਾਰ ਵਾਲੀ ਤੇ ਉੱਚੀ ਮੰਨੀ ਜਾਂਦੀ ਹੈ। ਇੱਕ ਬੜੀ ਵੱਡੀ ਬਜ਼ੁਰਗੀ ਵਾਲੀ ਅਵਸਥਾ ਵਾਲੇ ਨੂੰ ਸ਼ੇਖ ਸ਼ਬਦ ਨਾਲ ਸੰਬੋਧਨ ਕੀਤਾ ਜਾਂਦਾ ਹੈ। ਪਰ ਜਿਹੜਾ ਮਨੁੱਖ ਧਰਮ ਦਾ ਪਹਿਰਾਵਾ ਪਾ ਕੇ ਸ਼ੇਖ ਖਵਾਏ, ਚੰਗਾ ਖਵਾਏ, ਨੇਕ ਖਵਾਉਂਦਾ ਹੋਵੇ, ਜਿਹਦਾ ਮਾਣ ਸਨਮਾਨ ਇਸ ਕਰਕੇ ਬਣਿਆ ਹੋਵੇ ਕਿ ਇਹ ਬੰਦਾ ਸ਼ੇਖ ਹੈ, ਪਰ ਉਸ ਮਨੁੱਖ ਦੇ ਜੀਵਨ ਅੰਦਰ ਕਿਰਦਾਰ ਉਹੋ ਜਿਹਾ ਨਾ ਹੋਵੇ ਜਿਵੇਂ ਸਤਿਗੁਰੂ ਪਾਤਸ਼ਾਹ ਜੀ ਨੇ ਸੰਤ ਸ਼ਬਦ ਦੀ ਵਰਤੋਂ ਕਰਕੇ ਨਾਮ ਤੇ ਸੰਤ ਖਵਾ ਲਿਆ, ਪਰ ਕਰਮ ਤੇ ਕਰਤੂਤ ਸੰਤਾਂ ਵਾਲੀ ਨਹੀਂ, ਜੀਵਨ ਅਵਸਥਾ ਸੰਤਾਂ ਵਾਲੀ ਨਹੀਂ। ਕਿਸੇ ਮਨੁੱਖ ਨੇ ਆਪਣੇ ਆਪ ਨੂੰ ਭਗਤ ਤੇ ਅਖਵਾ ਲਿਆ ਪਰ ਅਵਸਥਾ ਭਗਤਾਂ ਵਾਲੀ ਨਹੀਂ। ਐਸਾ ਵੀ ਸੰਸਾਰ ਵਿੱਚ ਚੱਲਦਾ ਕਿ ਅਸਲ ਦੀ ਨਕਲ ਵੀ ਨਾਲ ਹੀ ਨਾਲ ਕੰਮ ਕਰਦੀ ਰਹਿੰਦੀ ਹੈ। ਇਸੇ ਤਰ੍ਹਾਂ ਬਜ਼ੁਰਗੀ ਵਾਲੇ ਮਹਾਨ ਪੁਰਖਾਂ ਦੇ ਨਾਮ ਆਪਣੇ ਨਾਮ ਨਾਲ ਕਈ ਬੰਦਿਆਂ ਨੇ ਲਵਾ ਕੇ ਆਪਣੇ ਆਪ ਨੂੰ ਸ਼ੇਖ ਵੀ ਅਖਵਾਉਣਾ ਸ਼ੁਰੂ ਕੀਤਾ। ਤਾਂ ਸਤਿਗੁਰਾਂ ਨੇ ਉੱਥੇ ਵੀ ਸੰਬੋਧਨ ਕੀਤਾ, ਸ਼ੇਖਾ ਅੰਦਰੋਂ ਜ਼ੋਰ ਛੱਡ ਤੂੰ, ਭਉ ਕਰ ਝੱਲ ਗਵਾਏ। ਪਾਤਸ਼ਾਹ ਕਹਿੰਦੇ ਅੰਦਰ ਦਾ ਹੰਕਾਰ ਦਾ ਜਿਹੜਾ ਤਾਣ ਚੁੱਕੀ ਬੈਠਾ ਨਾ, ਇਹਨੂੰ ਛੱਡ, ਰੱਬ ਦਾ ਕੁਝ ਅਦਬ ਰੱਖ। ਆ ਝੱਲਪੁਣਾ ਜਿਹੜਾ ਹਉਮੈ ਦਾ ਤੇਰੇ ਅੰਦਰ ਉੱਠਦਾ, ਇਸ ਨੂੰ ਤਿਆਗ ਦੇ। ਭਾਵ ਤੂੰ ਜਿੰਨਾ ਚਿਰ ਹਉਮੈ ਨਹੀਂ ਤਿਆਗਦਾ ਤੂੰ ਸ਼ੇਖ ਨਹੀਂ ਹੋ ਸਕਦਾ। ਅਸਲ ਸ਼ੇਖ ਤੂੰ ਤਾਂ ਹੈ, ਅਸਲ ਬਜ਼ੁਰਗੀ ਦੀ ਅਵਸਥਾ ਵਾਲਾ ਤੂੰ ਤਾਂ ਹੈ ਜੇ ਤੇਰੇ ਅੰਦਰੋਂ ਹਉਮੈ ਦਾ ਝੱਲਪੁਣਾ ਮੁੱਕ ਜਾਏ, ਤੇਰਾ ਮਨ ਸ਼ਾਂਤ ਹੋਵੇ ਤੇ ਟਿਕਾ ਵਿੱਚ ਹੋਵੇ। ਸਤਿਗੁਰੂ ਸੱਚੇ ਪਾਤਸ਼ਾਹ ਆਪਣੀ ਮੁਬਾਰਕ ਬਾਣੀ ਦੇ ਅੰਦਰ ਕੁੱਲ ਮਿਲਾ ਕੇ ਸ਼ਲੋਕਾਂ ਤੋਂ ਇਲਾਵਾ ਸ਼ੇਖ ਫਰੀਦ ਸਾਹਿਬ ਜੀ ਦੇ 4 ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸੁਭਾਏਮਾਨ ਨੇ। ਤੋ ਇਹ ਜੋ ਪਾਵਨ ਸ਼ਬਦ ਮੈਂ ਆਪ ਜੀ ਦੇ ਨਾਲ ਪਾਠ ਦੇ ਰੂਪ ਵਿੱਚ ਸਾਂਝਾ ਕੀਤਾ ਹੈ, ਇਸ ਦਾ ਰਹਾਉ ਵਾਲਾ ਬੰਦ ਹੈ, ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ। ਰੱਤੇ ਦਾ ਭਾਵ ਹੁੰਦਾ ਹੈ ਰੰਗੇ ਹੋਏ, ਪ੍ਰਭਾਵ ਵਿੱਚ ਆਏ ਹੋਏ। ਜਿਹੜਾ ਮਨੁੱਖ ਕਿਸੇ ਪ੍ਰਭਾਵ ਨੂੰ ਕਬੂਲ ਕਰ ਲਵੇ, ਅਸੀਂ ਕਹਿੰਦੇ ਇਹ ਤਾਂ ਇਸ ਰੰਗ ਵਿੱਚ ਰੰਗਿਆ ਗਿਆ। ਭਾਵ ਮਨ ਕਰਕੇ, ਸੁਰਤੀ ਕਰਕੇ ਜਿਹੜਾ ਕਿਸੇ ਡੂੰਘੇ ਪ੍ਰਭਾਵ ਵਿੱਚ ਚਲਿਆ ਜਾਏ, ਇੰਪ੍ਰੈਸ਼ਨ ਵਿੱਚ ਚਲਿਆ ਜਾਏ, ਉਸ ਨੂੰ ਅਸੀਂ ਰੰਗ ਰਤੜਾ ਕਹਿੰਦੇ ਹਾਂ। ਹੁਣ ਇੱਥੇ ਸ਼ੇਖ ਫਰੀਦ ਸਾਹਿਬ ਕਹਿਣ ਲੱਗੇ ਰੱਤੇ ਇਸ਼ਕ ਖੁਦਾਏ, ਖੁਦਾ ਦੇ ਪਿਆਰ ਵਿੱਚ ਜਿਹੜੇ ਰੰਗੇ ਗਏ ਹਨ। ਇਸ਼ਕ 2 ਤਰ੍ਹਾਂ ਦਾ ਮੰਨਿਆ ਗਿਆ, ਹਕੀਕੀ ਤੇ ਮਜਾਜੀ। ਮਜਾਜੀ ਇਸ਼ਕ ਉਸ ਨੂੰ ਕਹਿੰਦੇ ਜਿਹੜਾ ਚਮੜੀ ਤੱਕ ਸੀਮਤ ਹੈ, ਸੁਹੱਪਣ ਤੱਕ ਸੀਮਤ ਹੈ। ਜਦੋਂ ਚਮੜੀ ਨੂੰ, ਸੁਹੱਪਣ ਨੂੰ ਤੇ ਰੂਪ ਨੂੰ ਵਡਿਆਉਣ ਤੱਕ ਗੱਲ ਸੀਮਤ ਹੈ ਤੇ ਰੂਪ ਨੂੰ ਭੋਗਣ ਤੱਕ ਗੱਲ ਸੀਮਤ ਹੈ, ਸਮਝਣਾ ਕਿ ਉਸ ਦੇ ਪਿੱਛੇ ਮਨੁੱਖ ਦੀ ਕਾਮ ਵਾਸ਼ਨਾ ਭਾਰੂ ਹੈ। ਇਸ਼ਕ ਮਜਾਜੀ ਦੇ ਰਾਹ ਦੇ ਉੱਤੇ ਕਾਮ ਵਾਸ਼ਨਾ ਭਾਰੂ ਹੁੰਦੀ। ਬਾਣੀ ਨੇ ਇੱਕ ਬੜਾ ਪਿਆਰਾ ਸੰਕੇਤ ਕੀਤਾ, ਰੂਪੈ ਕਾਮੈ ਦੋਸਤੀ। ਰੂਪ ਦੀ ਤੇ ਕਾਮ ਦੀ ਬੜੀ ਗੂੜੀ ਮਿੱਤਰਤਾ ਹੈ। ਹੁਣ ਕੋਈ ਮਨੁੱਖ ਗੱਲਾਂ ਸਾਰੀਆਂ ਇਸ਼ਕ ਮਜਾਜੀ ਦੀਆਂ ਕਰੇ, ਹਰਕਤਾਂ ਵੀ ਇਸ਼ਕ ਮਜਾਜੀ ਵਾਲੀਆਂ ਕਰੇ ਤੇ ਆਖੇ ਮੈਂ ਕਾਮ ਤੋਂ ਮੁਕਤ ਹਾਂ, ਇਹ ਹੋ ਨਹੀਂ ਸਕਦਾ। ਕਿਉਂਕਿ ਇਹ ਭਾਵਨਾ ਬਣਦੀ ਹੈ ਕਾਮ ਵਾਲੀ, ਤਾਂ ਹੀ ਇਹਦੇ ਵਿੱਚੋਂ ਇਹੋ ਜਿਹੀਆਂ ਚੀਜ਼ਾਂ ਜਨਮ ਲੈਂਦੀਆਂ ਨੇ। ਕਿੰਨੀ ਹੈਰਾਨੀ ਦੀ ਖੇਡ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮੁਬਾਰਕ ਬਾਣੀ ਸਾਨੂੰ ਇਸ਼ਕ ਹਕੀਕੀ ਵਾਲੇ ਰਾਹ ਉੱਤੇ ਲੈ ਕੇ ਜਾਂਦੀ। ਹਕੀਕੀ ਇਸ਼ਕ ਉਹ ਹੁੰਦਾ ਹੈ ਜਿਹੜਾ ਨੇਕ ਆਚਰਣ ਸਿਖਾਉਂਦਾ ਹੈ ਤੇ ਨੇਕ ਆਚਰਣ ਦੇ ਰਾਹ ਦੇ ਉੱਤੇ ਚੱਲਣ ਦੀ ਪ੍ਰੇਰਣਾ ਕਰਦਾ ਹੈ।
ਜਦੋਂ ਕਿ ਇਸ਼ਕ ਮਜਾਜੀ ਮਨੁੱਖੀ ਜੀਵਨ ਨੂੰ ਵਿਕਾਰਾਂ ਦੀ ਖੱਡ ਵਿੱਚ ਸੁੱਟਦੀ ਹੈ। ਇਸ਼ਕ ਮਜਾਜੀ ਮਨੁੱਖ ਦੇ ਜੀਵਨ ਅੰਦਰ ਕਾਮ ਉਤੇਜਿਤ ਕਰਦੀ ਹੈ ਤੇ ਸਮਾਜ ਤੇ ਸੰਸਾਰ ਨੂੰ ਅਸੂਲਾਂ ਦੀਆਂ, ਨਿਯਮਾਂ ਦੀਆਂ ਔਰ ਸਦਾਚਾਰ ਦੀਆਂ ਹੱਦਾਂ ਤੋੜ ਦੇਣ ਵਾਸਤੇ ਮਜਬੂਰ ਕਰਦੀ ਹੈ। ਦੋਨਾਂ ਵਿੱਚ ਜ਼ਮੀਨ ਤੇ ਅਸਮਾਨ ਦਾ ਅੰਤਰ ਹੈ। ਤੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਸਮੁੱਚਾ ਪੱਖ ਜਿਹੜਾ ਉਹ ਇਸ਼ਕ ਹਕੀਕੀ ਸਚਾਈ ਦੇ ਪਿਆਰ ਉੱਤੇ ਖੜਾ ਹੈ। ਸਚਾਈ ਦੇ ਪਿਆਰ ਉੱਤੇ ਇੱਥੇ ਉਹ ਗੁੰਜਾਇਸ਼ ਨਹੀਂ। ਇੱਥੇ ਸਤਿਗੁਰਾਂ ਨੇ ਮੰਨਿਆ ਵੀ ਜੇ ਕਿਸੇ ਦੀ ਚਮੜੀ ਦਾ ਰੰਗ ਕਾਲਾ ਹੈ ਜਾਂ ਗੋਰਾ ਹੈ, ਦੋਵੇਂ ਹੀ ਆਪਣੀ ਜਗ੍ਹਾ ਦੇ ਉੱਤੇ ਸੁੰਦਰ ਨੇ। ਜੇ ਕਿਸੇ ਮਨੁੱਖ ਦੇ ਨੈਣ ਨਕਸ਼ ਇੱਕ ਦੂਸਰੇ ਨਾਲ ਭਿੰਨ ਨੇ, ਵੱਖਰੇ ਨੇ, ਤਾਂ ਤੁਸੀਂ ਉਹਨੂੰ ਭੱਦਾ ਨਹੀਂ ਕਹਿ ਸਕਦੇ, ਬੁਰਾ ਨਹੀਂ ਕਹਿ ਸਕਦੇ। ਉਹ ਵੀ ਆਪਣੀ ਜਗ੍ਹਾ ਦੇ ਉੱਤੇ ਕੁਦਰਤ ਦਾ ਓਨਾ ਹੀ ਸੁਹੱਪਣ ਮੰਨ ਰਿਹਾ ਜਿੰਨਾ ਦੂਸਰਾ ਮੰਨ ਰਿਹਾ। ਇਹ ਸਾਡੀ ਨਜ਼ਰ ਹੈ ਜਿਹੜੀ ਭੇਦ ਕਰਦੀ ਹੈ, ਫਰਕ ਕਰਦੀ ਹੈ ਵੀ ਇਸ ਮਨੁੱਖ ਦਾ ਰੰਗ ਚੰਗਾ ਹੈ, ਇਸ ਦਾ ਮਾੜਾ ਹੈ, ਇਸ ਦਾ ਨੈਣ ਨਕਸ਼ ਜਿਹੜੇ ਨੇ ਉਹ ਚੰਗੇ ਨੇ, ਅਸੀਂ ਉਹਦੇ ਸੋਹਲੇ ਗਾਉਂਦੇ ਹਾਂ, ਦੂਸਰੇ ਨੂੰ ਨਿੰਦਦੇ ਹਾਂ, ਭੰਡਦੇ ਹਾਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨਹੀਂ, ਦੋਵਾਂ ਮਨੁੱਖਾਂ ਦਾ ਰੁਤਬਾ ਇੱਕੋ ਜਿਹਾ ਹੀ ਹੈ। ਦੋਵੇਂ ਆਪਣੀ ਜਗ੍ਹਾ ਦੇ ਉੱਤੇ ਕੁਦਰਤ ਦੀ ਰਚਨਾ ਨੇ। ਦੋਨਾਂ ਮਨੁੱਖਾਂ ਦਾ ਹੀ ਅਦਬ, ਸਤਿਕਾਰ ਤੇ ਰਿਸਪੈਕਟ ਸਾਂਝੀ ਹੈ। ਰੰਗ ਕਰਕੇ, ਨਸਲ ਕਰਕੇ, ਰੂਪ ਰੰਗ ਕਰਕੇ, ਬਣਤਰ ਕਰਕੇ ਕਿਸੇ ਮਨੁੱਖ ਨੂੰ ਵੱਧ ਤੇ ਕਿਸੇ ਨੂੰ ਘੱਟ ਸਤਿਕਾਰ ਦਾ ਪਾਤਰ ਨਹੀਂ ਮੰਨਿਆ ਜਾ ਸਕਦਾ। ਇਹ ਚੀਜ਼ ਹੈ ਜੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮੁਬਾਰਕ ਬਾਣੀ ਵਿੱਚੋਂ ਸਾਨੂੰ ਪ੍ਰਾਪਤ ਹੁੰਦੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਿਧਾਂਤ ਨੇ ਕਰਮ ਦੀ ਸੁੰਦਰਤਾ, ਆਚਰਣ ਦੀ ਸੁੰਦਰਤਾ ਨੂੰ ਸਭ ਤੋਂ ਵੱਧ ਅਹਿਮੀਅਤ ਦਿੱਤੀ ਹੈ। ਗੌਰ ਕਰਨਾ, ਹਜ਼ੂਰ ਨੇ ਇਸੇ ਕਰਕੇ ਬਾਣੀ ਦੇ ਵਿੱਚ ਆਖਿਆ, ਭਰਤਾ ਕਹੈ ਸੋ ਮਾਨੀਐ, ਇਹ ਸ਼ਿੰਗਾਰ ਬਣਾਏ ਨੇ। ਪਾਤਸ਼ਾਹ ਕਹਿੰਦੇ ਜੋ ਮਾਲਕ ਦੀ ਰਜ਼ਾ ਵਿੱਚ ਚੱਲਦੇ ਨੇ, ਜਿਹੜੇ ਇਸ ਚੀਜ਼ ਨੂੰ ਆਪਣਾ ਸ਼ਿੰਗਾਰ ਬਣਾਉਂਦੇ ਨੇ, ਉਹ ਸਭ ਤੋਂ ਸੋਹਣੇ ਨੇ। ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ, ਹਰ ਧਨ ਜਿਨੀ ਸੰਜਿਆ ਸੇਈ ਗੰਭੀਰ ਅਪਾਰ ਜਿਉ। ਹਜ਼ੂਰ ਕਹਿੰਦੇ ਨੇ ਜਿਹੜੇ ਗੁਰੂ ਦੀ ਸੋਭਤ ਵਿੱਚ ਬੈਠ ਕੇ ਕਰਮ ਉਜਲੇ ਕਰ ਲੈਣ, ਉਹ ਸਭ ਤੋਂ ਸੋਹਣੇ ਨੇ। ਤੇ ਇੱਕ ਹੋਰ ਬਚਨ ਵੀ ਬਾਣੀ ਦੇ ਵਿੱਚ ਆਖਿਆ, ਹਰ ਕੇ ਨਾਮ ਬਿਨਾ ਸੁੰਦਰ ਹੈ ਨਕਟੀ। ਨਕਟੀ ਦਾ ਅਰਥ ਹੁੰਦਾ ਨੱਕ ਕੱਟਿਆ ਹੋਇਆ। ਸਤਿਗੁਰੂ ਕਹਿੰਦੇ ਨੇ ਬਹੁਤ ਸੁਹੱਪਣ ਵਾਲਾ ਹੋਵੇ ਪਰ ਕਰਮ ਪਲੀਤ ਮਾੜੇ ਕਰਦਾ ਹੋਵੇ, ਕਰਮ ਮਾੜੇ ਹੋਣ, ਸਤਿਗੁਰੂ ਉਸ ਨੂੰ ਕਹਿੰਦੇ ਨੇ ਸਮਝੋ ਜਿਵੇਂ ਉਹਦੀ ਸਾਰੀ ਸ਼ੋਭਾ ਹੀ ਚਲੀ ਗਈ, ਉਹਦਾ ਸਾਰਾ ਰੂਪ ਹੀ ਗਵਾਚ ਗਿਆ। ਜੇ ਉਹਦਾ ਕਰਮ ਪਲੀਤ ਹੈ ਤਾਂ ਉਹਦਾ ਤਨ ਦਾ ਰੂਪ ਜਿਹੜਾ ਹੈ ਉਹ ਸਾਰਾ ਹੀ ਸਮਝੋ ਖੂਪਾਤੇ। ਗਰੀਬ ਨਵਾਜ ਇੱਕ ਜਗ੍ਹਾ ਤੇ ਵੀ ਫਰਮਾਉਂਦੇ ਨੇ ਪੰਚਮ ਪਾਤਸ਼ਾਹ ਜੀ, ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ। ਅੱਗੇ ਸ਼ਬਦ ਵਰਤਿਆ ਹਜ਼ੂਰ ਨੇ, ਕਹਿੰਦੇ ਮਿਰਤਕ ਕਹੀਆਂ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਬਹੁਤ ਸੋਹਣੇ ਰੂਪ ਵਾਲਾ ਹੋਵੇ, ਕੁਲੀਨ ਉੱਚੇ ਵਰਗ ਨਾਲ ਸੰਬੰਧ ਰੱਖਦਾ ਹੋਵੇ, ਜਿਹਨੂੰ ਅਸੀਂ ਕਹਿੰਦੇ ਨਾ ਸਟੇਟਸ ਵਾਲੇ ਲੋਕ ਨੇ। ਅਤ ਸੁੰਦਰ ਕੁਲੀਨ ਚਤੁਰ ਦਾ ਮਤਲਬ ਹੁੰਦਾ ਹੈ ਬਹੁਤ ਤੇਜ਼ ਤਰਾਰ ਇਨਸਾਨ ਹੋਵੇ, ਸਿਆਣਾ ਹੋਵੇ। ਮੁੱਖ ਗਿਆਨੀ ਦਾ ਮਤਲਬ ਹੈ ਬੋਲ ਚਾਲ ਵਿੱਚ ਵੀ ਬੜਾ ਐਕਸਪਰਟ ਹੋਵੇ, ਮੁਕੰਮਲ ਆਦਮੀ ਹੋਵੇ। ਧਨਵੰਤ ਦਾ ਭਾਵ ਹੈ ਧਨਵਾਨ ਹੋਵੇ, ਦੌਲਤਮੰਦ ਹੋਵੇ। ਇਹ ਪੰਜ ਗੁਣ ਵੀ ਜੇ ਕਿਸੇ ਵਿੱਚ ਹੋਣ, ਸਤਿਗੁਰੂ ਕਹਿੰਦੇ ਮੇਰੀ ਦ੍ਰਿਸ਼ਟੀ ਵਿੱਚ ਇਹ ਪੰਜਾਂ ਗੁਣਾਂ ਵਾਲਾ ਵੀ ਮਿਰਤਕ ਸਮਾਨ ਹੈ, ਅੰਦਰੋਂ ਡੈਡ ਹੈ। ਜੇ ਪ੍ਰੀਤ ਨਹੀਂ ਭਗਵੰਤ, ਜੇ ਉਸ ਦੀ ਜਗਤ ਦੇ ਮਾਲਕ ਪ੍ਰਭੂ ਪ੍ਰਮਾਤਮਾ ਦੇ ਗੁਣਾਂ ਨਾਲ ਪਿਆਰ ਨਹੀਂ, ਸਾਂਝ ਨਹੀਂ, ਜੋ ਰੱਬੀ ਆਚਰਣ ਤੋਂ ਪਰੇ ਰਹਿੰਦਾ ਹੈ, ਜੇ ਉਸ ਦੇ ਜੀਵਨ ਅੰਦਰ ਧਰਮ ਨਹੀਂ, ਸਚਾਈ ਨਹੀਂ, ਅਸੂਲ ਪ੍ਰਸਤੀ ਨਹੀਂ, ਤਾਂ ਇਹ ਉਹਦੇ ਇਹ ਸਾਰੇ ਪੰਜੇ ਦੇ ਪੰਜੇ ਗੁਣ ਵੀ ਜਿਹੜੇ ਨੇ ਉਹ ਜ਼ਹਿਰ ਤੇ ਬਿਖ ਦੇ ਸਮਾਨ ਨੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਇਸੇ ਕਰਕੇ ਅਸਲ ਸੁੰਦਰਤਾ ਕਰਮ ਨੂੰ ਆਖਿਆ। ਅਸੀਂ ਇੱਕ ਘਟਨਾ ਸਾਨੂੰ ਸਿਲੇਬਸ ਵਿੱਚ ਪੜ੍ਹਾਈ ਜਾਂਦੀ ਸੀ ਸਕੂਲ ਦੇ ਅੰਦਰ, ਅੱਜ ਕੱਲ੍ਹ ਸਮਾਂ ਕੁਝ ਇਸ ਤਰ੍ਹਾਂ ਦਾ ਲੰਘ ਰਿਹਾ ਹੈ, ਉਹ ਜਿਹੜੀਆਂ ਬਹੁਤ ਹੀ ਮਨੁੱਖ ਦੇ ਮਨ ਨੂੰ ਸੇਧ ਦੇਣ ਵਾਲੀਆਂ ਚੀਜ਼ਾਂ ਸਾਨੂੰ ਸਿਲੇਬਸ ਵਿੱਚੋਂ ਕੱਢ ਦਿੱਤੀਆਂ ਗਈਆਂ। ਬੜਾ ਅਜੀਬ ਵਰਤਾਰਾ ਹੁੰਦਾ ਹੈ। ਖੈਰ, ਉਹ ਸਾਖੀ ਵਿੱਚ, ਕਹਾਣੀ ਵਿੱਚ ਪੜ੍ਹਾਇਆ ਜਾਂਦਾ ਸੀ ਵੀ ਸਤਿਗੁਰੂ ਪਾਤਸ਼ਾਹ ਜੀ ਨੂੰ ਪਿਆਸ ਲੱਗਦੀ ਹੈ, ਉਹ ਪਾਣੀ ਮੰਗਦੇ ਨੇ। ਦਸਮ ਪਾਤਸ਼ਾਹ, ਇੱਕ ਨੌਜਵਾਨ ਜਾਂਦਾ ਹੈ, ਉਹ ਭੱਜ ਕੇ ਜਾ ਕੇ ਪਾਣੀ ਦਾ ਬਾਟਾ ਭਰ ਕੇ ਹਜ਼ੂਰ ਦੇ ਅੱਗੇ ਕਰਦਾ ਹੈ। ਹਜ਼ੂਰ ਮਹਾਰਾਜ ਕਹਿੰਦੇ ਨਹੀਂ ਇਹ ਤਾਂ ਗੰਦਾ ਹੈ। ਉਹ ਫਿਰ ਜਾਂਦਾ ਹੈ, ਹੱਥ ਧੋਂਦਾ ਹੈ, ਬਰਤਨ ਸਾਫ਼ ਕਰਦਾ ਹੈ, ਫਿਰ ਪਾਣੀ ਭਰ ਕੇ ਸਾਫ਼ ਸੁਥਰਾ ਲਿਆਉਂਦਾ ਹੈ। ਸਤਿਗੁਰੂ ਹਜ਼ੂਰ ਮਹਾਰਾਜ ਫਿਰ ਕਹਿੰਦੇ ਨੇ ਨਹੀਂ ਇਹ ਠੀਕ ਨਹੀਂ।
ਜਦੋਂ ਇਸ ਤਰ੍ਹਾਂ ਬਾਰ-ਬਾਰ ਇੱਕੇ ਕੰਮ ਦੀ 2-4 ਵਾਰ ਦੁਹਰਾਈ ਹੋ ਜਾਂਦੀ ਹੈ, ਉਹ ਕਹਿੰਦੇ ਮਹਾਰਾਜ ਮੈਂ ਹੱਥ ਵੀ ਸਾਫ਼ ਕੀਤੇ ਨੇ, ਪਾਣੀ ਵੀ ਸਾਫ਼ ਲਿਆਇਆ, ਬਰਤਨ ਵੀ ਸਾਫ਼ ਹੈ, ਤੁਸੀਂ ਕਹਿ ਦਿੰਦੇ ਹੋ ਇਹ ਠੀਕ ਨਹੀਂ। ਹਜ਼ੂਰ ਦਰਅਸਲ ਉਹਨੂੰ ਸਮਝਾਉਣਾ ਚਾਹੁੰਦੇ। ਹਜ਼ੂਰ ਕਹਿੰਦੇ ਤੂੰ ਆਪਣੇ ਘਰ ਆਪਣੇ ਮਾਂ-ਬਾਪ ਦੀ, ਬਜ਼ੁਰਗਾਂ ਦੀ ਜਾਂ ਕਿਸੇ ਲੋੜਵੰਦ ਦੀ, ਜਾਂ ਜਦੋਂ ਜਿੱਥੇ ਤੇਰੀ ਲੋੜ ਹੋਵੇ ਉੱਥੇ ਤੂੰ ਕਿਰਤ ਕਰਦਾ, ਮਿਹਨਤ ਕਰਦਾ, ਉਹ ਸਿਰ ਨੀਵਾਂ ਕਰ ਲੈਂਦਾ। ਆਖਦੇ ਨੇ ਕਿ ਮੈਨੂੰ ਤਾਂ ਆਪਣੀ ਜਵਾਨੀ ਦਾ ਗਰੂਰ ਬਹੁਤ ਹੈ, ਆਪਣੇ ਸੁਹੱਪਣ ਉੱਤੇ ਮਾਣ ਬਹੁਤ ਹੈ, ਤੇ ਜੀਵਨ ਦੀ ਇਸ ਸਟੇਜ ਉੱਤੇ ਆ ਕੇ, ਉਮਰ ਦੇ ਇਸ ਪੜਾਅ ਉੱਤੇ ਆ ਕੇ ਮੈਂ ਕਿਸੇ ਦੀ ਪਰਵਾਹ ਨਹੀਂ ਕਰਦਾ, ਨਾ ਘਰ ਦੇ ਬਜ਼ੁਰਗਾਂ ਦੀ ਕਰਦਾ। ਜਿੱਥੇ ਮੇਰੀ ਲੋੜ ਹੋਵੇ ਮੈਂ ਉੱਥੇ ਪਹੁੰਚਣ ਤੋਂ ਆਕੀ ਹਾਂ, ਕਿਉਂਕਿ ਮੈਂ ਸਮਝਦਾ ਮੇਰੀ ਹੇਠੀ ਮੈਨੂੰ ਕੀ ਲੋੜ ਹੈ ਇਹ ਕੰਮ ਕਰਨ ਦੀ। ਕਿਸੇ ਦੀ ਮਦਦ ਵਾਸਤੇ ਹੱਥ ਨਹੀਂ ਉੱਠਦੇ, ਸੇਵਾ ਵਾਸਤੇ ਇਹ ਹੱਥ ਨਹੀਂ ਉੱਠਦੇ, ਘਰ ਪਰਿਵਾਰ ਦੇ ਬਜ਼ੁਰਗਾਂ ਦੀ ਖਿਦਮਤ ਵਾਸਤੇ ਹੱਥ ਨਹੀਂ ਉੱਠਦੇ। ਇੱਥੇ ਪਾਣੀ ਇਸ ਕਰਕੇ ਪਿਆਇਆ ਜਾ ਰਿਹਾ ਕਿ ਗੁਰੂ ਪਾਤਸ਼ਾਹ ਨੇ ਆਪ ਮੰਗਿਆ। ਇਹ ਵੀ ਮਨੁੱਖ ਦੇ ਅੰਦਰ ਬਹੁਤ ਵੱਡਾ ਅੰਤਰ ਹੈ ਨਾ। ਮੇਰੇ ਵਰਗਾ ਮਨੁੱਖ ਸੋਚ ਲੈਂਦਾ ਕਿ ਸੇਵਾ ਉਹ ਹੈ ਜਿਹੜੀ ਵਿਖਾਈ ਜਾਵੇ, ਜਿਹੜੀ ਵਿਖਾਈ ਨਾ ਜਾਵੇ ਉਹ ਕਾਹਦੀ ਸੇਵਾ ਹੋਈ। ਜੇ ਤਾਂ 4 ਲੋਕ ਮੈਨੂੰ ਵੇਖ ਰਹੇ ਨੇ ਤਾਂ ਸੇਵਾ ਵਧੀਆ, ਜੇ ਨਹੀਂ ਵੇਖ ਰਹੇ ਤਾਂ ਕੀ ਲੋੜ ਹੈ ਕਰਨ ਦੀ, ਛੱਡੋ ਪਰਾਂ। ਕਿਹੜਾ ਕਿਸੇ ਨੇ ਵੇਖਣਾ ਹੈ, ਕਿਹੜਾ ਕਿਸੇ ਨੇ ਤੱਕਣਾ ਹੈ। ਜਾਨੀ ਕਿ ਮਨੁੱਖ ਚੰਗਾ ਕੰਮ ਵੀ ਲੋਕਾਂ ਦੀ ਨਜ਼ਰ ਵਿੱਚ ਪ੍ਰਵਾਨ ਚੜ੍ਹਨ ਵਾਸਤੇ ਕਰਦਾ। ਮਤਲਬ ਬੇਸਿਕਲੀ ਅੰਦਰ ਚੰਗਿਆਈ ਹੈ ਨਹੀਂ, ਲੋਕਾਂ ਵੱਲ ਵੇਖ ਕੇ ਨੱਕ ਨਮੂਜ਼ ਦੇ ਚੱਕਰ ਵਿੱਚ ਬੰਦਾ ਚੰਗਿਆਈ ਕਮਾ ਲੈਂਦਾ, ਕਰ ਲੈਂਦਾ ਥੋੜੀ ਬਹੁਤ। ਬੇਸਿਕਲੀ ਜਿਹੜੀ ਫਿਤਰਤ ਹੈ, ਜਿਹੜਾ ਬਿਹੇਵ ਹੈ, ਜਿਹੜੀ ਮਨੁੱਖ ਦਾ ਆਪਣਾ ਕਿਰਦਾਰ ਹੈ, ਉਹਦੇ ਵਿੱਚ ਚੰਗਿਆਈ ਦਾ ਤੇ ਸੇਵਾ ਦਾ ਅੰਸ਼ ਕੋਈ ਨਹੀਂ। ਇਹ ਬਹੁਤ ਉਲਝਣ ਭਰੀ ਗੱਲ ਹੈ। ਇੱਕ ਦਰਬਾਰ ਸਾਹਿਬ ਜਿਸ ਵੇਲੇ ਜਾਇਆ ਜਾਂਦਾ ਸੀ, ਉੱਥੇ ਇੱਕ ਵੱਡਾ ਸਾਰਾ ਬੋਰਡ ਲੱਗਾ ਹੋਇਆ ਸੀ ਪਿੰਗਲਵਾੜਾ ਸੰਸਥਾ ਵੱਲੋਂ। ਉਹਦੇ ਉੱਤੇ ਬੜੀਆਂ ਪਿਆਰੀਆਂ ਸਤਰਾਂ ਵੀ ਲਿਖੀਆਂ ਹੋਈਆਂ ਸਨ। ਇੱਕ ਨਿਹੰਗ ਸਿੰਘ ਦੀ ਫੋਟੋ ਬਣੀ ਹੋਈ ਸੀ, ਉਹਦੇ ਨਾਲ ਪੂਰੀ ਕਹਾਣੀ ਨਾਲ ਲਿਖੀ ਹੋਈ ਸੀ। ਲੋਕ ਉਹਨੂੰ ਪੜ੍ਹਿਆ ਕਰਦੇ ਸਨ। ਉਸ ਕਹਾਣੀ ਵਿੱਚ ਜ਼ਿਕਰ ਸੀ ਵੀ ਇੱਕ ਸਿੱਖ ਇੱਕ ਵਿਖੜਾ ਜਿਹਾ ਟੁੱਟਾ ਜਿਹਾ ਰਸਤਾ ਉਹਨੂੰ ਠੀਕ ਕਰ ਰਿਹਾ। ਉਹ ਤਸਲੇ ਭਰਦਾ ਹੈ ਮਿੱਟੀ ਦੇ, ਉੱਥੇ ਜਾ ਕੇ ਸੁੱਟਦਾ ਤੇ ਫਿਰ ਉਸ ਮਿੱਟੀ ਨੂੰ ਪੁੱਟਦਾ, ਨੱਪਦਾ, ਥੱਪਦਾ। ਇੱਕ ਅੰਗਰੇਜ਼ ਆਫੀਸਰ ਉਧਰ ਦੀ ਗੁਜ਼ਰਦਾ ਹੈ, ਉਹਨੂੰ ਪੁੱਛਦਾ ਹੈ ਆਪਣੀ ਭਾਸ਼ਾ ਵਿੱਚ, ਉਹਨੂੰ ਪੁੱਛਦਾ ਵੀ ਤੂੰ ਇਹ ਕੀ ਕਰ ਰਿਹਾ। ਉਹ ਕਹਿੰਦਾ ਵੀ ਇਹ ਰਸਤਾ ਖਰਾਬ ਹੈ, ਮੈਂ ਸੋਚਿਆ ਇੱਧਰ ਦੀ ਲੰਘਣ ਵਾਲੇ ਪਰੇਸ਼ਾਨ ਹੁੰਦੇ ਨੇ, ਮੈਂ ਰਸਤਾ ਠੀਕ ਕਰ ਦਿਆਂ। ਮੇਰੇ ਕੋਲ ਸਮਾਂ ਵੀ ਸੀ, ਮੈਂ ਕਰ ਵੀ ਸਕਦਾ ਸਾਂ ਤੇ ਕੰਮ ਵੀ ਕਰਨ ਵਾਲਾ ਮੇਰੇ ਸਾਹਮਣੇ ਮੈਨੂੰ ਦਿਸ ਰਿਹਾ ਸੀ। ਮੈਂ ਸੋਚਿਆ ਚਲੋ ਸਮੇਂ ਨੂੰ ਸਫਲਾ ਕਰਦੇ ਹਾਂ, ਕੰਮ ਵੀ ਕਰਨ ਵਾਲੇ ਜ਼ਰੂਰੀ ਹੈ, ਲੋਕ ਪਰੇਸ਼ਾਨ ਹੁੰਦੇ ਨੇ। ਮੇਰੇ 'ਚ ਵੀ ਹਿੰਮਤ ਹੈ, ਸਮਾਂ ਵੀ ਹੈ ਤੇ ਕੰਮ ਵੀ ਹੈ, ਇਸ ਕਰਕੇ ਮੈਂ ਸ਼ੁਰੂ ਕਰ ਲਿਆ। ਕਹਿਣ ਲੱਗਾ ਤੈਨੂੰ ਕਿਹਨੇ ਕਿਹਾ ਇਹ ਕਰਨ ਵਾਸਤੇ, ਤੈਨੂੰ ਇਹ ਕੰਮ ਕਰਨ ਵਾਸਤੇ ਕਿਹਨੇ ਆਖਿਆ। ਕਹਿਣ ਲੱਗਾ ਮੇਰੇ ਗੁਰੂ ਨੇ ਆਖਿਆ। ਮੈਂ ਆਪਣੇ ਗੁਰੂ ਦੇ ਹੁਕਮ ਮੁਤਾਬਕ ਕੰਮ ਕਰਦਾ ਹਾਂ। ਮੇਰੇ ਗੁਰੂ ਦਾ ਬਚਨ ਹੈ ਵਿੱਚ ਦੁਨੀਆ ਸੇਵ ਕਮਾਈਐ, ਸੋ ਮੈਂ ਕਮਾ ਰਿਹਾ। ਔਰ ਇਹ ਕਰਮ ਮੈਂ ਸੰਸਾਰ ਲੋਕਾਂ ਦੀ ਨਜ਼ਰ 'ਚ ਪ੍ਰਵਾਨ ਚੜ੍ਹਨ ਵਾਸਤੇ ਨਹੀਂ, ਆਪਣੇ ਗੁਰੂ ਦੇ ਹੁਕਮ ਨੂੰ ਫੋਲੋ ਕਰਦਿਆਂ ਮੰਨਦਿਆਂ ਹੋਇਆ ਇਹ ਕਰਮ ਕਰ ਰਿਹਾ। ਆਪਣੇ ਗੁਰੂ ਦੇ ਬਚਨ ਨੂੰ ਮੰਨਦਿਆਂ ਹੋਇਆ, ਕਿਉਂਕਿ ਮੈਂ ਸਿੱਖ ਹਾਂ। ਔਰ ਗੁਰੂ ਦਾ ਬਚਨ ਇਹ ਹੈ ਵੀ ਸੇਵਾ, ਪਰਉਪਕਾਰ, ਭਲਾਈ ਕਰਨੀ। ਔਰ ਇੱਥੇ ਮੈਨੂੰ ਦੱਸਿਆ ਵੀ ਲੋਕ ਪਰੇਸ਼ਾਨ ਹੋਣਗੇ, ਰਸਤਾ ਬਣਨ ਵਾਲਾ, ਜੇ ਮੈਂ ਥੋੜੀ ਜਿਹੀ ਹਿੰਮਤ ਕਰਾਂ ਤੇ ਰਾਹ ਵਧੀਆ ਬਣ ਸਕਦਾ, ਸੋ ਮੈਂ ਕਰ ਰਿਹਾ। ਕਿਉਂਕਿ ਮੈਂ ਬੰਦਾ ਹਾਂ ਅਕਾਲ ਪੁਰਖ ਦਾ, ਤੇ ਮੈਨੂੰ ਇਹ ਸੋਝੀ ਮੇਰੇ ਗੁਰੂ ਨੇ ਬਖਸ਼ੀ ਹੈ ਵੀ ਉਸ ਰੱਬ ਦੀ ਨਜ਼ਰ ਵਿੱਚ ਪ੍ਰਵਾਨ ਚੜ੍ਹਨ ਵਾਸਤੇ ਮਨੁੱਖ ਨੂੰ ਸਚਿਆਰਾ ਤੇ ਸੇਵਾਦਾਰ ਖਲਕਤ ਦਾ ਬਣਨਾ ਚਾਹੀਦਾ। ਸੋ ਮੈਂ ਇਸ ਕਰਕੇ ਕਰ ਰਿਹਾ। ਮੈਨੂੰ ਨਾ ਕਿਸੇ ਨੇ ਆਖਿਆ ਬੰਦੇ ਨੇ, ਨਾ ਮੇਰੀ ਕੋਈ ਮਜਬੂਰੀ ਹੈ ਇਹ ਕੰਮ ਕਰਨਾ। ਇਹ ਤਾਂ ਮੇਰੀ ਤਸੱਲੀ ਹੈ, ਇਹ ਮੇਰਾ ਕਿਰਦਾਰ, ਇਹ ਮੇਰੀ ਕਿਸੇ ਮਜਬੂਰੀ ਚੋਂ, ਕਿਸੇ ਲਾਲਚ ਚੋਂ ਨਿਕਲੀ ਹੋਈ ਗੱਲ ਨਹੀਂ, ਇਹ ਮੇਰੇ ਕਿਰਦਾਰ ਚੋਂ ਨਿਕਲੀ ਹੋਈ ਗੱਲ ਹੈ। ਮਾਫ ਕਰਨਾ, ਧਰਮ ਨਾ ਤਾਂ ਮਜਬੂਰੀ ਦਾ ਵਿਸ਼ਾ ਤੇ ਧਰਮ ਨਾ ਵਿਖਾਵੇ ਦਾ ਵਿਸ਼ਾ। ਧਰਮ ਤੇ ਕਿਰਦਾਰ ਤੇ ਆਚਰਣ ਨੂੰ ਢਾਲਣ ਦੀ ਚੀਜ਼ ਹੈ। ਮੈਂ ਰੱਬ ਵੀ ਜੇ ਲੋਕਾਂ ਨੂੰ ਵਿਖਾ ਕੇ ਕਰਾਂ ਨਾ ਤਾਂ ਖਿਮਾ ਕਰਨਾ ਸਿਮਰਨ ਨਹੀਂ ਹੋ। ਜੇ ਮੈਨੂੰ ਕੋਈ ਮਜਬੂਰ ਕਰਕੇ ਮੇਰੀ ਧੌਣ ਤੇ ਤਲਵਾਰ ਧਰ ਕੇ ਆਖੇ ਨਾ, ਕਹੇ ਵਾਹਿਗੁਰੂ, ਕਹੇ ਰੱਬ,
ਉਹ ਸਿਮਰਨ ਨਹੀਂ ਹੋਏਗਾ। ਤਾਂ ਮਜਬੂਰੀ 'ਚ ਹੈ, ਆਪਣੇ ਹੱਡ ਬਚਾਉਣ ਲਈ ਕੀਤਾ ਹੋਇਆ। ਇਹ ਤਾਂ ਵਿਖਾਵੇ ਲਈ ਹੈ, ਲੋਕਾਂ ਨੂੰ ਵਿਖਾ ਕੇ ਵੀ ਮੈਂ ਬਹੁਤ ਰੱਬ ਦੇ ਨੇੜੇ ਹਾਂ ਕਰ ਕੀਤਾ ਹੋਇਆ। ਸਿਮਰਨ ਉਹ ਹੈ ਜੋ ਮੇਰੀ ਅੰਤਰ ਆਤਮੇ 'ਚੋਂ ਨਿਕਲਦਾ ਹੈ। ਮੈਂ ਸੁਤੇ ਸਿੱਧੀ ਕਹਿਣਾ, ਮੇਰੇ ਕਿਰਦਾਰ 'ਚ ਹੈ ਇਹ ਚੀਜ਼, ਇਹ ਮੇਰੇ ਗੁਰੂ ਦੀ ਆਗਿਆ ਹੈ, ਮੇਰੇ ਗੁਰੂ ਦਾ ਹੁਕਮ ਹੈ। ਗੁਣ ਕਹੋ ਹਰ ਲਓ, ਕਰ ਸੇਵਾ ਸਤਿਗੁਰ, ਇਮ ਹਰ ਹਰ ਨਾਮ ਧਿਆਈ। ਰਸਨਾ ਗੁਣ ਗੋਪਾਲ ਨਿਧ ਗਾਇਣ, ਸ਼ਾਂਤ ਸਹਿਜ ਰਹਸ ਮਨ ਉਪਜੋ, ਸਗਲੇ ਦੁਖ ਭਲਾਇਣ। ਤੋ ਧਰਮ ਦੀ ਦੁਨੀਆ ਅੰਦਰ ਵਿਖਾਵਾ ਨਹੀਂ, ਧਰਮ ਦੀ ਦੁਨੀਆ ਅੰਦਰ ਮਜਬੂਰੀ ਨਹੀਂ, ਦੋਨੋਂ ਚੀਜ਼ਾਂ ਹੀ ਪਾਸੇ ਨੇ। ਇੱਥੇ ਸਤਿਗੁਰੂ ਆਚਰਣ ਘੜਦਾ ਹੈ ਉਹੋ ਜਿਹਾ ਵੀ ਸੁਤੇ ਸਿੱਧੀ ਮਨੁੱਖ ਇਸ ਕਰਮ ਤੇ ਇਸ ਵਿਹਾਰ ਵਾਲਾ ਬਣ ਜਾਏ। ਇਹ ਕਿਤੇ ਇੱਥੇ ਕਿਸੇ ਵਿਖਾਵੇ ਲਈ ਜੀ ਬੋਲਣ ਦੀ ਲੋੜ ਨਹੀਂ। ਸੁਤੇ ਸਿੱਧੀ ਕਿਰਦਾਰ ਵਿੱਚ ਜੀ ਕਹਿਣਾ ਇਹ ਭਾਵਨਾ ਹੋਵੇ ਤਾਂ ਕਲੇਸ਼ ਨੇੜੇ ਨਹੀਂ ਟੁਕਦਾ। ਇੱਥੇ ਮਨੁੱਖ ਦੀ ਮਜਬੂਰੀ ਨਹੀਂ, ਇੱਥੇ ਜੀ ਜ਼ਰੂਰ ਕਹਿਣਾ। ਬਸ ਇੱਥੇ ਕਿਰਦਾਰ ਇਹੋ ਜਿਹਾ ਗੁਰੂ ਕੱਢਦਾ ਵੀ ਜੀ ਆਪਣੇ ਆਪ ਤੇਰੇ ਮਨ ਅੰਦਰੋਂ ਨਿਕਲੇਗਾ। ਕਿਸੇ ਦਾ ਭਲਾ ਲੋਚਣਾ, ਕਿਸੇ ਦਾ ਭਲਾ ਕਰਨਾ, ਇਹ ਗੁਰਮਤ ਦੇ ਘੜੇ ਹੋਏ ਕਿਰਦਾਰ ਦੀਆਂ ਉੱਤਮ ਨਿਸ਼ਾਨੀਆਂ ਨੇ ਵੀ ਗੁਰੂ ਇਹੋ ਜਿਹਾ ਜੀਵਨ ਘੜ ਦਿੰਦਾ ਜਿੱਥੋਂ ਇਹੀ ਚੀਜ਼ਾਂ ਅੰਦਰੋਂ ਪ੍ਰਗਟ ਹੋਣਗੀਆਂ। ਇਸ ਵਾਸਤੇ ਦਾਤਾਰ ਮੁਬਾਰਕ ਬਾਣੀ ਦੇ ਵਿੱਚ ਫਰਮਾਉਂਦੇ ਨੇ, ਕਹਿੰਦੇ ਰੱਤੇ ਇਸ਼ਕ ਖੁਦਾਏ, ਖੁਦਾ ਦੇ ਪਿਆਰ ਵਿੱਚ ਜਿਹੜੇ ਰੱਤੇ ਹੋਏ ਨੇ। ਪੰਚਮ ਪਾਤਸ਼ਾਹ ਹਜ਼ੂਰ ਦਾ ਇੱਕ ਸ਼ਲੋਕ ਹੈ, ਸ਼ਲੋਕ ਵਾਰਾਂ ਤੇ ਵਧੀਕ ਵਿੱਚ। ਸ਼ਲੋਕ ਵਾਰਾਂ ਤੇ ਵਧੀਕ ਤੋਂ ਭਾਵ ਹੈ ਜਿਹੜੇ ਵਾਰਾਂ ਦੇ ਵਿੱਚ ਪੌੜੀਆਂ ਦੇ ਨਾਲ ਦਰਜ ਕਰਨ ਤੋਂ ਜਿਹੜੇ ਸ਼ਲੋਕ ਵਧੇ ਨੇ, ਪਾਤਸ਼ਾਹ ਨੇ ਉਹਨਾਂ ਨੂੰ ਵੱਖਰੇ ਤੌਰ ਉੱਤੇ ਦਰਜ ਕੀਤਾ ਔਰ ਉਹਦਾ ਸਿਰਲੇਖ ਲਿਖਿਆ, ਸ਼ਲੋਕ ਵਾਰਾਂ ਤੇ ਵਧੀਕ। ਇਸ ਵਾਸਤੇ ਪਾਤਸ਼ਾਹ ਜੀ ਦੇ ਉਹ ਸ਼ਲੋਕ ਪਹਿਲੇ ਪਾਤਸ਼ਾਹ ਦੇ ਨੇ, ਤੀਸਰੇ ਪਾਤਸ਼ਾਹ ਦੇ ਨੇ, ਚੌਥੇ ਪਾਤਸ਼ਾਹ ਦੇ ਨੇ ਔਰ ਪੰਚਮ ਪਾਤਸ਼ਾਹ ਦੇ ਨੇ। ਫਿਰ ਉਸ ਤੋਂ ਬਾਅਦ ਨੌਵੇਂ ਪਾਤਸ਼ਾਹ ਜੀ ਦੇ ਸ਼ਲੋਕ ਆਰੰਭ ਹੋ ਕੇ ਬਾਣੀ ਦੀ ਸਮਾਪਤੀ ਹੁੰਦੀ ਹੈ। ਪੰਚਮ ਪਾਤਸ਼ਾਹ ਦੇ ਸ਼ਲੋਕਾਂ ਵਿੱਚ ਪਹਿਲਾ ਸ਼ਲੋਕ ਆਉਂਦਾ ਹੈ ਰੱਤੇ ਸੇਈ, ਵੀ ਰੰਗ ਵਿੱਚ ਕਿਹੜੇ ਰੱਤੇ ਹੋਏ ਨੇ, ਜੇ ਮੁਖ ਨਾ ਮੋੜਨ, ਜਿਹੜੇ ਆਪਣੇ ਮਾਲਕ ਵੱਲੋਂ ਮੁਖ ਨਹੀਂ ਮੋੜਦੇ, ਇੱਕ ਪਲ ਲਈ ਵੀ ਪਾਸੇ ਨਹੀਂ ਹੁੰਦੇ, ਉਹਨੂੰ ਸਦਾ ਸਨਮੁਖ, ਉਹਨੂੰ ਸਦਾ ਸਾਹਮਣੇ ਰੱਖਦੇ, ਉਹਨੂੰ ਸਦਾ ਹੀ ਫੋਲੋ ਕਰਦੇ ਨੇ। ਜਿਨੀ ਸੰਝਾਤਾ ਸਾਈਂ, ਜਿਨ੍ਹਾਂ ਦੀ ਮੁਹੱਬਤ ਆਪਣੇ ਸਾਈਂ ਆਪਣੇ ਮਾਲਕ ਨਾਲ ਦਿਲੋਂ ਜੁੜੀ ਹੋਈ ਹੈ। ਅਸੀਂ ਆਮ ਤੌਰ ਤੇ ਉਦੋਂ ਫੋਲੋ ਕਰਦੇ ਹਾਂ ਜਦੋਂ ਕੋਈ ਚਾਰਾ ਨਾ ਰਹੇ। ਸੰਝਾਤਾ ਦਾ ਮਤਲਬ ਹੈ ਮੈਂ ਉਸ ਨੂੰ ਸਾਹਮਣੇ ਰੱਖਦਾ ਔਰ ਸਦਾ ਹੀ ਉਸ ਨਾਲ ਜੁੜਿਆ ਹੋਇਆ। ਜਿੱਥੇ ਵਕਤ ਉੱਤੇ ਆ ਕੇ ਜੁੜਨ ਦੀ ਗੱਲ ਹੋ ਗਈ, ਛੱਡੋ ਪਰਾਂ, ਜਦੋਂ ਲੋੜ ਹੋਏਗੀ ਕਰ ਲਵਾਂਗੇ। ਬਹੁਤ ਸਮਾਂ ਬਹਾਨੇ ਹੁੰਦੇ ਨੇ। ਇਹੋ ਜੀਵਨ ਦੀ ਸਟੇਜ ਨਹੀਂ ਜਿਹਦੀ ਗੱਲ ਗੁਰੂ ਅਰਜਨ ਸਾਹਿਬ ਮਹਾਰਾਜ ਕਰ ਰਹੇ ਨੇ। ਤੋ ਹਜ਼ੂਰ ਕਹਿੰਦੇ ਝੜ ਝੜ ਪਵੰਦੇ ਕੱਚੇ ਬਿਰਹੀ, ਜਿਨ੍ਹਾਂ ਦਾ ਅੰਦਰੋਂ ਪਿਆਰ ਕੱਚਾ ਹੈ ਉਹ ਝੜ ਜਾਂਦੇ ਨੇ, ਬੜੀ ਛੇਤੀ ਟੁੱਟ ਜਾਂਦੇ ਨੇ। ਥੋੜਾ ਸਮਾਂ ਉਹਨਾਂ ਦਾ ਨਿਭਦਾ ਹੈ, ਫਿਰ ਛੇਤੀ ਛੇਤੀ ਉਹ ਇੱਥੋਂ ਤੁਰ ਜਾਂਦੇ ਨੇ। ਜਿਨ੍ਹਾਂ ਕਾਰਨ ਹੈ, ਜਿਨ੍ਹਾਂ ਨੂੰ ਮੁਆਫਕ ਨਹੀਂ ਬੈਠਦੀ ਇਹ ਗੱਲ। ਇਸ ਵਾਸਤੇ ਮਹਾਰਾਜ ਨੇ ਰੱਤੇ ਹੋਇਆਂ ਦੀ ਨਿਸ਼ਾਨੀ ਇਹ ਦੱਸੀ ਕਿ ਜਿਹੜਾ ਮੁੱਖ ਆਪਣੇ ਮਾਲਕ ਵੱਲੋਂ ਮੋੜਦਾ ਨਹੀਂ, ਸਦਾ ਹੀ ਉਹਨੂੰ ਫੋਲੋ ਕਰਦਾ ਹੈ, ਸਦਾ ਹੀ ਆਪਣੀ ਸੁਰਤ, ਆਪਣਾ ਧਿਆਨ ਉਹਦੇ ਉਪਦੇਸ਼, ਉਹਦੀ ਮਹਾਨ ਸ਼ਖਸੀਅਤ ਉੱਤੇ ਰੱਖਦਾ ਹੈ, ਉਸ ਨੂੰ ਕਦੇ ਆਪਣੇ ਚੇਤੇ ਚੋਂ ਨਹੀਂ ਵਿਸਾਰਦਾ, ਉਹ ਰੱਤਿਆ ਹੋਇਆ। ਇਹ ਰੱਤੇ ਹੋਏ ਦੀ ਹਜ਼ੂਰ ਨੇ ਨਿਸ਼ਾਨੀ ਬਾਣੀ ਵਿੱਚ ਬਿਆਨ ਕੀਤੀ। ਤੋ ਸਤਿਗੁਰੂ ਜੀ ਕਹਿਣ ਲੱਗੇ ਰੱਤੇ ਇਸ਼ਕ ਖੁਦਾਏ, ਖੁਦਾ ਦੇ ਇਸ਼ਕ ਵਿੱਚ ਜਿਹੜੇ ਰੰਗੇ ਗਏ ਨੇ, ਰੰਗ ਦੀਦਾਰ ਕੇ। ਦੀਦਾਰ ਦਾ ਭਾਵ ਹੈ ਉਹਦੇ ਦਰਸ਼ਨਾਂ ਦੀ ਖਿੱਚ, ਉਹਦੇ ਦੀਦਾਰ ਦੀ ਇੱਛਾ ਦੇ ਵਿੱਚ ਹਰ ਵਕਤ ਰੰਗੇ ਹੋਏ, ਹਰ ਵਕਤ ਜੁੜੇ ਹੋਏ। ਸਾਰੀ ਕਾਇਨਾਤ ਵਿੱਚ ਉਹਦੇ ਦੀਦਾਰ ਕਰਦਿਆਂ ਕਰਦਿਆਂ ਉਹ ਕਦੇ ਵੀ ਰੱਜਦੇ ਨਹੀਂ, ਸਦਾ ਉਹਦੇ ਦੀਦਾਰ ਦੇ ਤਾਂਘਵਾਨ ਬਣੇ ਰਹਿੰਦੇ ਹਨ। ਇਹਨੂੰ ਬਾਣੀ ਵਿੱਚ ਇੱਕ ਬੜੀ ਪਿਆਰੀ ਪੰਕਤੀ ਦੇ ਵਿੱਚ ਸਤਿਗੁਰਾਂ ਨੇ ਫਰਮਾਇਆ, ਲੋਚਨ ਤਾਰ ਲੱਗੀ। ਕਿਸੇ ਦੀ ਉਡੀਕ ਕਰਦੇ ਹੋਈਏ ਨਾ ਆਪਾਂ, ਤੇ ਰਾਹ ਵੱਲ ਆਪਾਂ ਕਈ ਵਾਰ ਨਿਚੱਕ ਬਿਨਾਂ ਪਲਕਾਂ ਝਪਕਾਏ ਤੱਕਦੇ ਰਹਿੰਦੇ ਹਾਂ। ਇਹਨੂੰ ਉਡੀਕ ਕਹਿੰਦੇ ਨੇ। ਉਡੀਕ ਦੇ ਵਿੱਚ ਅਸੀਂ ਉਸ ਰਾਹ ਵੱਲ ਤੱਕ ਰਹੇ ਹਾਂ ਤੇ ਪਲਕਾਂ ਸਾਡੀਆਂ ਝਪਕਦੀਆਂ ਨਹੀਂ। ਇੱਕ ਟੱਕ ਅਸੀਂ ਕਿੰਨਾ ਕਿੰਨਾ ਚਿਰ ਤੱਕਦੇ ਰਹਿੰਦੇ ਹਾਂ। ਸੁਰਤ ਵੀ ਉੱਥੇ ਜੁੜੀ ਹੋਈ ਹੈ ਔਰ ਨਜ਼ਰ ਵੀ ਉੱਥੇ ਲੱਗੀ ਹੋਈ ਹੈ। ਸਾਰਾ ਵਜੂਦ ਉਸ ਪਾਸੇ ਵੱਲ ਹੈ।
होर किसे पासे दी खिच नहीं। इनू कहा लोचन तार ला के, लोचन अखां नूं कहंदे ने, तार दा मतलब टिक टिकी ला के वेखना, बड़े गौर नाल वेखना, उडीक वाली इच्छा विचों वेखना। ਇਹੋ ਜਿਹੇ बहुत सारे गुरु पातशाह ने प्रमाण प्रतीक बाणी दे विच वरते ने ਜਿਹੜੇ मनुखी भावनावां की कदर करते हैं। हजूर सच्चे पातशाह उन्हां जज्बातां नूं, उन्हां भावनावां नूं विच लिया के बड़े सुंदर शब्दां विच उस ख्याल नाल सानूं जोड़ना चाहुंदे ने जिहड़ा सानूं रब्बी तांग वाले पासे लै जाए। हुण आपां जिस वेले महाराज की बाणी का वचन पढ़दे, मेरा मन लोचा है, लोचा का मतलब की हुंदा? इच्छा, तांग होवे, जिग्यासा, भुख, व्याकुल करने वाली चीज़। जिस चीज़ तो बिना मन नूं सकून ना मिले ਉਹਨੂੰ ਲੋਚਾ ਕਹਿੰਦੇ ਨੇ। ਮੇਰਾ ਮਨ ਲੋਚਾ ਗੁਰ ਦਰਸ਼ਨ ਤਾਈ। ਅੱਗੇ ਸ਼ਬਦ ਅਰਥ ਹੈ ਬਿਲਪ ਕਰੇ ਚਾਤ੍ਰਿਕ ਕੀ ਨਿਆਈ, ਵਿਰਲਾਪ ਕਰਦਾ ਚਾਤ੍ਰਿਕ ਵਾਂਗ। ਉਹਨੂੰ ਉਹਨਾਂ ਚਿਰ ਸੰਤੁਸ਼ਟੀ ਨਹੀਂ ਜਿੰਨਾ ਚਿਰ ਸਵਾਂਤੀ ਬੂੰਦ ਉਹਦੇ ਮੂੰਹ ਵਿੱਚ ਨਹੀਂ ਪੈ ਜਾਂਦੀ। ਉਹਨੂੰ ਆਪਣੀ ਖੁਰਾਕ ਲੈ ਕੇ ਸੰਤੁਸ਼ਟੀ ਹੋਏਗੀ ਨਾ। ਬੰਦਾ ਭੁੱਖਾ ਹੋਵੇ, ਡਾਢੀ ਭੁੱਖ ਲੱਗੀ, ਜਾਨ ਨਿਕਲਣ ਦੇ ਉੱਤੇ ਹੋਵੇ, ਉਹਨੂੰ ਅਸੀਂ ਬੜੀ ਸੋਹਣੀ ਪਿਕਚਰ ਵਿਖਾ ਰਹੇ ਹੋਈਏ, ਤਸਵੀਰ ਵਿਖਾ ਰਹੇ ਹੋ, ਤੇ ਆਹ ਦੇਖ ਕਿੰਨੀ ਸੋਹਣੀ ਤਸਵੀਰ ਹੈ, ਉਹ ਕਹੇਗਾ ਮੈਨੂੰ ਇਹਦੇ ਨਾਲ ਕੀ ਮਤਲਬ ਹੈ, ਮੈਨੂੰ ਕੁਝ ਖਾਣ ਨੂੰ ਤਾਂ ਦਿਓ। ਅਸੀਂ ਉਹਨੂੰ ਕਹੀਏ ਦੇਖੋ ਕਿੰਨੀਆਂ ਸੋਹਣੀਆਂ ਪਹਾੜੀਆਂ ਨੇ, ਕਿੰਨੇ ਬਾਗ ਬਗੀਚੇ ਨੇ, ਆਹ ਦੇਖ ਕਿੰਨੀ ਸੋਹਣੀ ਪੁਸਤਕ ਪਈ ਹੈ, ਕਿੰਨਾ ਸੋਹਣਾ ਘਰ। ਉਹ ਕਹੇਗਾ ਮੈਨੂੰ ਇਹ ਸਭ ਚੀਜ਼ਾਂ ਮਿੱਟੀ ਲੱਗਦੀਆਂ ਨੇ, ਮੈਨੂੰ ਰੋਟੀ ਮਿਲ ਸਕਦੀ ਹੈ। ਤੁਸੀਂ ਉਹਦੇ ਲਾਗੇ ਕੋਈ ਵੀ ਕਹਾਣੀ ਛੇੜੋਗੇ, ਉਹਨੂੰ ਕੁਝ ਵੀ ਵਿਖਾਉਣ ਦੀ ਕੋਸ਼ਿਸ਼ ਕਰੋਗੇ, ਉਹ ਭੁੱਖਾ ਹੈ। ਉਹਦੀ ਉਸ ਵੇਲੇ ਇੱਕੋ ਹੀ ਚੀਜ਼ ਇੱਛਾ ਪੂਰੀ ਕਰ ਸਕਦੀ ਹੈ, ਉਹ ਹੈ ਕੁਝ ਨਾ ਕੁਝ ਉਹਨੂੰ ਖਾਣ ਲਈ ਦਿੱਤਾ ਜਾਏ। ਬਸ ਇਹ ਅੰਤਰ ਹੈ। ਉਹਦੀ ਸੁਰਤ ਉੱਥੇ ਹੀ ਅਟਕੀ ਰਹੇਗੀ। ਉਹਦਾ ਸਾਰਾ ਵਜੂਦ ਉਸ ਵੇਲੇ ਰੋਟੀ ਚਾਹੁੰਦਾ, ਖਾਣ ਲਈ ਪਦਾਰਥ ਚਾਹੁੰਦਾ। ਉਹਨੂੰ ਬਾਕੀ ਰੰਗ ਤਮਾਸ਼ਿਆਂ ਨਾਲ ਕੋਈ ਮਾਇਨਾ ਨਹੀਂ, ਕੋਈ ਮਤਲਬ ਨਹੀਂ। ਹਜ਼ੂਰ ਬਾਣੀ ਦੇ ਵਿੱਚ ਆਖਦੇ ਨੇ ਜਿਵੇਂ ਚਾਤਰਿਕ ਆਪਣੀ ਸੰਤੁਸ਼ਟੀ ਵਾਸਤੇ ਜਿਹੜੀ ਬੂੰਦ ਚਾਹੁੰਦਾ, ਜਿੰਨਾ ਚਿਰ ਉਹ ਨਾ ਮਿਲੇ ਉਹਨੂੰ ਸੰਤੁਸ਼ਟੀ ਨਹੀਂ ਹੁੰਦੀ। ਬਸ ਮੇਰੀ ਅੰਤਰਾਤਮਾ ਦੀ ਅਵਸਥਾ ਵੀ ਕੁਝ ਇਹੋ ਜਿਹੀ ਹੈ, हे ਮੇਰੇ ਮਾਲਕ, ਤੇਰੇ ਤੋਂ ਬਿਨਾ ਮੇਰੀ ਸੰਤੁਸ਼ਟੀ ਨਹੀਂ। ਮੈਂ ਇੱਕ ਐਸੀ ਸਿੱਕ ਵਿੱਚ, ਇੱਕ ਐਸੀ ਤਾਂਗ ਵਿੱਚ ਜੀ ਰਿਹਾ, ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ। ਤੇ ਦੂਸਰਾ ਕਿਰਦਾਰ ਵੀ ਬਿਆਨ ਕੀਤਾ ਹੈ, ਵਿਸਰਿਆ ਜਿਨ ਨਾਮ ਤੇ ਭੋਏ ਭਾਰ ਥੀਏ। ਜਿਨ੍ਹਾਂ ਨੂੰ ਪਰਮੇਸ਼ਰ ਦਾ ਨਾਮ, ਗੁਣ, ਹੁਕਮ ਵਿਸਰ ਗਏ, ਉਹਦਾ ਚਿੰਤਨ ਜਿਹੜੇ ਭੁੱਲ ਗਏ ਨੇ ਸੁਰਤ ਵਿੱਚੋਂ, ਉਹ ਇਸ ਜ਼ਮੀਨ ਉੱਤੇ, ਇਸ ਧਰਤੀ ਉੱਤੇ ਭਾਰ ਸਮਾਨ ਹੋ ਗਏ ਨੇ। ਭਾਰ ਸਮਾਨ ਕਿਉਂ ਹੋ ਗਏ? ਕਿਉਂਕਿ ਜਿਨ੍ਹਾਂ ਦੀ ਸੁਰਤ ਵਿੱਚ, ਜਿਨ੍ਹਾਂ ਦੇ ਚਿੰਤਨ ਵਿੱਚ ਪਰਮੇਸ਼ਰ ਨਹੀਂ, ਉੱਥੇ ਹਉਮੈ ਹੋਏਗੀ, ਸਵਾਰਥ ਹੋਏਗਾ, ਵਿਕਾਰ ਹੋਣਗੇ। ਐਸਾ ਮਨੁੱਖ ਸ਼ੈਤਾਨੀ ਫਿਤਰਤ ਦਾ ਬਣ ਕੇ ਕੁਦਰਤ ਨੂੰ ਵੀ ਤਬਾਹ ਕਰਨ ਨੂੰ ਤੁਰਦਾ ਹੈ ਤੇ ਮਾਨਵਤਾ ਨੂੰ ਵੀ ਤਬਾਹ ਕਰਨ ਤੁਰਦਾ ਹੈ। ਅਸੀਂ ਕਦੇ ਮੰਗਿਆ ਵੀ ਔਰੰਗਜ਼ੇਬ ਵਰਗੇ ਬੰਦੇ ਰੋਜ਼ ਆਉਣੇ ਚਾਹੀਦੇ ਨੇ ਇਸ ਧਰਤੀ ਉੱਤੇ, ਜ਼ਕਰੀਆ ਖਾਨ ਵਰਗੇ ਰੋਜ਼ ਆਉਣੇ ਚਾਹੀਦੇ ਨੇ, ਹਿਟਲਰ ਵਰਗੇ ਰੋਜ਼ ਜੰਮਣੇ ਚਾਹੀਦੇ ਨੇ, ਹਰ ਮਾਂ ਐਸਾ ਪੁੱਤਰ ਜੰਮੇ? ਕੋਈ ਨਹੀਂ ਮੰਗਦਾ, ਕੋਈ ਨਹੀਂ ਮੰਗਦਾ। ਇੱਕ ਇਨਸਾਨ ਲੱਖਾਂ ਲੋਕਾਂ ਦੀ ਜ਼ਿੰਦਗੀ ਦੇ ਖਾਤਮੇ ਦਾ ਕਾਰਨ ਬਣਿਆ। ਇੱਕ ਮਨੁੱਖ ਇਸ ਧਰਤੀ ਦੇ ਉੱਤੇ ਹੀ ਕੁਦਰਤ ਤੇ ਮਾਨਵਤਾ ਦੇ ਵਿਨਾਸ਼ ਦਾ ਸਭ ਤੋਂ ਵੱਡਾ ਬਿੰਬ ਬਣ ਕੇ ਖਲੋ ਗਿਆ। ਹਜ਼ੂਰ ਕਹਿੰਦੇ ਕਿਉਂ ਹੁੰਦਾ ਹੈ ਇਸ ਤਰ੍ਹਾਂ? ਹੈ ਤਾਂ ਉਹ ਵੀ ਇਨਸਾਨ ਹੀ, ਉਹ ਵੀ ਮਨੁੱਖ ਹੀ। ਆਖਰ ਇੱਕ ਮਨੁੱਖ ਦਾ ਦੂਸਰੇ ਮਨੁੱਖ ਦਾ ਖੂਨ ਡੋਲਣ ਲਈ, ਇੱਕ ਮਨੁੱਖ ਦਾ ਦੂਸਰੇ ਮਨੁੱਖ ਨੂੰ ਭੁੱਖਿਆਂ ਤੇ ਤੜਪਾ ਕੇ ਮਾਰ ਦੇਣ ਲਈ ਕਿਵੇਂ ਜੀ ਕਰ ਜਾਂਦਾ ਹੈ? ਆਖਰ ਇੱਕ ਮਨੁੱਖ ਦਾ ਦੂਸਰੇ ਨੂੰ ਲੁੱਟਣ, ਖੋਹਣ, ਗਲਾ ਦਬਾਉਣ, ਬੇਘਰਾ ਕਰਨ ਤੇ ਸਭ ਕੁਝ ਕੁਦਰਤ ਦਾ ਛਿੰਨ ਭਿੰਨ ਕਰ ਦੇਣ ਦੇ ਉੱਤੇ ਮਨ ਕਿਵੇਂ ਰਾਜੀ ਹੋ ਜਾਂਦਾ ਹੈ? ਕੁਝ ਤੇ ਵਾਪਰਦਾ ਹੋਏਗਾ ਬੰਦੇ ਦੇ ਅੰਦਰ। ਹੈ ਤਾਂ ਉਹ ਵੀ ਪੰਜਾਂ ਤੱਤਾਂ ਦਾ ਪੁਤਲਾ ਇਨਸਾਨ, ਉਹਨੂੰ ਵੀ ਇੰਨਾ ਤੇ ਗਿਆਨ ਹੈ, ਇੰਨੀ ਨੌਲੇਜ ਤੇ ਹੈ ਵੀ ਮਰ ਮੈਂ ਵੀ ਜਾਣਾ। ਪਰ ਕੀ ਵਜ੍ਹਾ ਵੀ ਉਹ ਜ਼ਿੰਦਗੀ ਦੀ ਇੰਨੀ ਕੁ ਖੇਡ ਦੇ ਅੰਦਰ ਇੰਨੀਆਂ ਮਨਮਾਨੀਆਂ ਕਰਦਾ ਵੀ ਸਭ ਪਾਸੇ ਵਿਨਾਸ਼, ਤਬਾਹੀ, ਲੁੱਟ ਖਸੁੱਟ, ਬੇਈਮਾਨੀ, ਦਗਾ ਫਰੇਬ, ਜ਼ੁਲਮ, ਅਤਿਆਚਾਰ ਤੇ ਕਤਲੋਗਾਰਤਾਂ ਹੁੰਦੀਆਂ ਨੇ। ਹਜ਼ੂਰ ਕਹਿੰਦੇ ਕੋਈ ਚੀਜ਼ ਹੈ ਜਿਹੜੀ ਅੰਦਰੋਂ ਖਤਮ ਹੈ, ਕੋਈ ਚੀਜ਼ ਹੈ ਜਿਸ ਚੀਜ਼ ਨਾਲ ਉਹ ਬੰਦਾ ਟੁੱਟਿਆ ਤਾਂ ਇਸ ਤਰ੍ਹਾਂ ਦਾ ਬਣਿਆ।
ਤੋ ਗੁਰਮਤ ਦਾ ਚਿੰਤਨ, ਗੁਰਮਤ ਦਾ ਵਿਸ਼ਾ ਇਹ ਕਹਿੰਦਾ ਹੈ, ਗੁਰਮਤ ਦਾ ਸਿਧਾਂਤ ਇਹ ਕਹਿੰਦਾ ਹੈ ਵੀ ਇਹ ਪਰਮੇਸ਼ਰ ਦੇ ਗੁਣਾ ਅਦਬ ਤੇ ਉਹਦੇ ਚਿੰਤਨ ਨਾਲੋਂ ਟੁੱਟਿਆ ਤਾਂ ਐਸਾ ਬਣਿਆ। ਇਹ ਤਾਂ ਇਹੋ ਜਿਹਾ ਹੈ ਕਿਉਂਕਿ ਇਹ ਆਪਣੇ ਮੂਲ ਸੋਮੇ ਨਾਲੋਂ ਟੁੱਟਿਆ ਹੋਇਆ ਹੈ। ਤਾਂ ਉਹਨੂੰ ਸਤਿਗੁਰੂ ਕਹਿੰਦੇ ਉਹ ਤਾਂ ਬੋਝ ਹੈ ਧਰਤੀ ਉੱਤੇ, ਭਾਰ ਹੈ, ਉਹ ਤਾਂ ਸਾਰੀ ਮਨੁੱਖਤਾ ਲਈ ਭਾਰ ਹੈ। ਉਹ ਜਿੱਥੇ ਵੀ ਹੈ ਇੱਕ ਬੋਝ ਦੇ ਸਮਾਨ ਹੈ। ਵਿਸਰਿਆ ਜਿਨ ਨਾਮ ਤੇ ਭੋਏ ਭਾਰ ਥੀਏ। ਤੋ ਸਤਿਗੁਰੂ ਆਰੰਭ ਦੇ ਬਚਨ ਵਿੱਚ ਸ਼ਬਦ ਵਰਤਦੇ ਨੇ ਕਿਉਂਕਿ ਸਲੇਖ ਇਸ ਸ਼ਬਦ ਦਾ ਹੈ, ਆਸਾ ਸ਼ੇਖ ਫਰੀਦ ਜੀਓ ਕੀ ਬਾਣੀ, ਇਕ ਓੰਕਾਰ ਸਤਿਗੁਰ ਪ੍ਰਸਾਦ। ਔਰ ਇਹ ਪੰਨਾ ਨੰਬਰ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ 488, ਅੰਕ ਨੰਬਰ 1। ਔਰ ਪਹਿਲਾ ਬਚਨ ਜਿਹੜਾ ਜਿਸ ਵਿੱਚ ਹਜ਼ੂਰ ਕਹਿੰਦੇ ਦਿਲੋਂ ਮੁਹੱਬਤ ਜਿਨ ਸਈ ਸਚਿਆ। ਸਈ ਸਚਿਆ ਦਾ ਭਾਵ ਹੈ ਸਚਿਆਰੇ ਪੁਰਖ ਉਹ ਨੇ ਜਿਨ੍ਹਾਂ ਦੀ ਦਿਲੋਂ ਮੁਹੱਬਤ, ਦਿਲੋਂ ਪਿਆਰ ਹੈ ਉਸ ਖੁਦਾ ਦੇ ਨਾਲ, ਉਸ ਜਗਤ ਸਿਰਜਕ ਦੇ ਨਾਲ। ਜਿਨ ਮਨ ਹੋਰ ਮੁਖ ਹੋਰ। ਪਰ ਜਿਹੜੇ ਮੂੰਹ ਤੋਂ ਤਾਂ ਇਹ ਗੱਲਾਂ ਕਰਦੇ ਨੇ ਵੀ ਸਾਡਾ ਰੱਬ ਨਾਲ ਬੜਾ ਪਿਆਰ, ਦਾਵਾ ਬੰਨ੍ਹਦੇ ਨੇ, ਜਾਂ ਉਹਨਾਂ ਦੀਆਂ ਗੱਲਾਂ ਤੋਂ ਲੱਗਦਾ ਵੀ ਬੜੇ ਰੱਬ ਵਾਲੇ ਹੋਣਗੇ, ਪਰ ਹਜ਼ੂਰ ਕਹਿੰਦੇ ਮਨ ਹੋਰ ਪਾਸੇ ਹੈ। ਸਿਕੰਡੇ ਕੱਚਿਆ, ਉਹ ਕੱਚੇ ਜੀਵਨ ਵਾਲੇ ਨੇ, ਉਹ ਕੱਚੇ ਆਖੇ ਜਾਣੇ ਚਾਹੀਦੇ ਨੇ। ਸੱਚੇ ਕਿਹੜੇ ਨੇ? ਜਿਨ੍ਹਾਂ ਦਾ ਦਿਲੋਂ ਮੁਹੱਬਤ ਹੈ, ਦਿਲੋਂ ਪਿਆਰ ਹੈ, ਜਿਹੜੇ ਦਿਲੋਂ ਜੁੜੇ ਹੋਏ ਨੇ। ਪਰ ਕੱਚੇ ਉਹ ਨੇ ਜਿਹੜੇ ਮੁੱਖੋਂ ਗੰਢ ਲਾਉਂਦੇ ਨੇ ਪਰ ਅੰਦਰੋਂ ਟੁੱਟੇ ਹੋਏ ਨੇ। ਜਿਹਨੂੰ ਬਾਣੀ ਨੇ ਕਿਹਾ ਮਨ ਨਹੀਂ ਪ੍ਰੀਤ ਮੁੱਖੋਂ ਗੰਢ ਲਾਵਤ, ਵੀ ਅੰਦਰ ਕੋਈ ਅਹਿਸਾਸ ਨਹੀਂ, ਮੂੰਹ ਤੋਂ ਗੰਢਾਂ ਜੋੜਦਾ ਹੈ, ਮੂੰਹ ਤੋਂ ਜੋੜ ਬਣਾਉਣ ਦੀ ਕੋਸ਼ਿਸ਼ ਕਰਦਾ ਹੈ। ਜਿਸ ਨੂੰ ਹਜ਼ੂਰ ਗੁਰੂ ਨਾਨਕ ਮਹਾਰਾਜ ਨੇ ਫਰਮਾਇਆ ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ। ਪਾਤਸ਼ਾਹ ਕਹਿੰਦੇ ਆਚਾਰ, ਆਚਾਰ ਕਹਿੰਦੇ ਹਨ ਆਪਣਾ ਜੋ ਅਸੀਂ ਕਿਰਦਾਰ ਡਿਵੈਲਪ ਕੀਤਾ ਹੁੰਦਾ ਹੈ ਉਸ ਬੇਸ ਉਤੇ ਅਸੀਂ ਬੁਰਾਈ ਕਮਾਉਂਦੇ ਹਾਂ। ਸਾਡੀ ਡਿਵੈਲਪਮੈਂਟ ਜਿੰਨੀ ਵੀ ਹੋਈ ਉਹ ਸਾਰੀ ਦੀ ਸਾਰੀ ਜਿੰਨੀ ਵੀ ਸਫਲਤਾ ਅਸੀਂ ਹਾਸਲ ਕੀਤੀ ਬੁਰਾਈ ਵਾਲੇ ਪਾਸੇ ਕੀਤੀ ਹੈ। ਇਸ ਵਾਸਤੇ ਹਜ਼ੂਰ ਕਹਿੰਦੇ ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ, ਮਨੋਂ ਕੁਸ਼ੁੱਧਾਂ ਕਾਲੀਆਂ ਬਾਹਰ ਚਿਟਵੀਆਂ। ਬਾਹਰੋਂ ਅਸੀਂ ਸਾਫ਼ ਸੁਥਰੇ ਹਾਂ, ਸਫੈਦ ਪੋਸ਼ ਹਾਂ, ਪਰ ਪਾਤਸ਼ਾਹ ਕਹਿੰਦੇ ਮਨੋਂ ਕੁਸ਼ੁੱਧਾਂ ਕਾਲੀਆਂ। ਮਨੋਂ ਸਾਡੀਆਂ ਜਿਹੜੀਆਂ ਵਾਸ਼ਨਾਵਾਂ ਨੇ, ਖਿਆਲ ਨੇ, ਜੋ ਸੰਕਲਪ ਨੇ, ਧੁਰੋਂ ਕਾਲੇ ਨੇ, ਪਲੀਤ ਹਨ। ਇਹ ਸਤਿਗੁਰੂ ਪਾਤਸ਼ਾਹ ਜੀ ਕਿਰਦਾਰ ਦੀ ਗੱਲ ਕਰਦੇ ਨੇ, ਕਿਤੇ ਵੀ ਹੋ ਸਕਦਾ। ਤੋ ਹਜ਼ੂਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਇਹ ਪਾਵਨ ਸ਼ਬਦ ਸ਼ੇਖ ਫਰੀਦ ਸਾਹਿਬ ਦਾ, ਜਿਸ ਵਿੱਚ ਉਹ ਕਹਿੰਦੇ ਨੇ ਜਿਨ ਮਨ ਹੋਰ ਮੁਖ ਹੋਰ ਸਿਕੰਡੇ ਕਚਿਆ, ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ। ਦੂਸਰਾ ਬੰਦ ਹੈ ਸ਼ਬਦ ਦਾ, ਜਿਨ੍ਹਾਂ ਨੂੰ ਆਪ ਪਰਮੇਸ਼ਰ ਨੇ, ਖੁਦਾਇਆ ਨੇ ਆਪਣੇ ਲੜ ਲਾਇਆ ਹੈ, ਉਹ ਉਹਦੇ ਦਰ ਦੇ ਦਰਵੇਸ਼ ਫਕੀਰ ਬਣ ਗਏ। ਦਰਵੇਸ਼ ਸ਼ਬਦ ਦਾ ਭਾਵ ਹੈ ਜਿਹਨੇ ਖੁਦਾ ਦਾ ਦਰ ਘੁੱਟ ਕੇ ਫੜ ਲਿਆ, ਰੱਬ ਦੇ ਦਰਵਾਜ਼ੇ ਨੂੰ ਘੁੱਟ ਕੇ ਹੱਥ ਪਾ ਲਿਆ ਵੀ ਤੇਰੇ ਦਰਵਾਜ਼ੇ ਤੋਂ ਮੈਂ ਇੱਧਰ ਉੱਧਰ ਨਹੀਂ ਹੋਣਾ। ਉਹਨੂੰ ਦਰਵੇਸ਼ ਕਹਿੰਦੇ। ਦਰਵੇਸ਼ ਸ਼ਬਦ ਫਕੀਰ ਲਈ ਵਰਤਿਆ ਗਿਆ, ਜਿਹੜਾ ਫਕੀਰ ਹੈ। ਆਪਣੇ ਤਨ ਦੇ ਉੱਤੇ ਕਈ ਤਰ੍ਹਾਂ ਦੇ ਕੱਪੜੇ ਪਾ ਕੇ, ਫਕੀਰੀ ਵੇਸ ਧਾਰਨ ਕਰਕੇ, ਲੋਕਾਂ ਕੋਲੋਂ ਸਤਿਕਾਰ ਲੈਣ ਲਈ, ਪੂਜਾ ਭੇਟਾ ਲੈਣ ਲਈ, ਕਿਉਂਕਿ ਇਹੋ ਜਿਹੇ ਵੇਸ ਵਿੱਚ ਲੋਕਾਂ ਨੇ ਆਖਿਆ ਰੱਬ ਦਾ ਬੰਦਾ ਹੈ। ਵੇਸ ਵੇਖ ਕੇ, ਪਹਿਰਾਵਾ ਵੇਖ ਕੇ, ਬਾਹਰੀ ਲੋਕ ਵੇਖ ਕੇ ਲੋਕਾਂ ਨੇ ਆਖਿਆ ਰੱਬ ਦਾ ਬੰਦਾ ਹੈ, ਇਹਦਾ ਮਾਣ ਸਨਮਾਨ ਕਰੋ। ਤੋ ਭੀੜਾਂ ਇਕੱਠੀਆਂ ਹੋ ਗਈਆਂ। ਮਾਣ ਸਨਮਾਨ ਜਦੋਂ ਫੋਕਟ ਵਿੱਚ ਮਿਲਦਾ ਹੋਵੇ ਤੇ ਕੌਣ ਧੱਕਾ ਦਿੰਦਾ ਹੈ? ਜਦੋਂ ਫ੍ਰੀ ਵਿੱਚ ਪੂਜਾ ਪ੍ਰਤਿਸ਼ਠਾ ਹੁੰਦੀ ਹੋਵੇ, ਬਿਨਾਂ ਕਮਾਈ ਤੋਂ ਤੁਹਾਨੂੰ ਲੋਕ ਰੱਬ ਦੇ ਨੇੜੇ ਮੰਨ ਲੈਣ ਤੇ ਤੁਹਾਡਾ ਹਰ ਵਚਨ ਮੰਨਣ ਲਈ ਤਿਆਰ ਹੋ ਜਾਣ, ਫਿਰ ਮੁਆਫ ਕਰਨਾ। ਚਾਤਰ ਤੇ ਚਲਾਕ ਲੋਕਾਂ ਦੀਆਂ ਭੀੜਾਂ ਇਸ ਰਾਹ ਤੇ ਕਿਉਂ ਨਾ ਮਿਲਣਗੀਆਂ? ਅਵੱਸ਼ ਮਿਲਣਗੀਆਂ। ਧੰਨ ਤੁਹਾਡੇ ਕਦਮਾਂ 'ਚ ਹੈ। ਸਿਰ ਝੁਕਾ ਕੇ ਲੋਕ ਖੜੇ ਹੋਣਗੇ। ਤੁਹਾਡੀ ਹਰ ਐਰੀ ਗੈਰੀ ਗੱਲ ਨੂੰ ਵੀ ਰੱਬ ਦੀ ਗੱਲ ਮੰਨ ਕੇ ਲੋਕ ਸਿਰ ਮੱਥੇ ਪੂਜਦੇ ਮੰਨਦੇ ਰਹਿਣਗੇ, ਔਰ ਤੁਹਾਡੇ ਹੁਕਮ ਤੋਂ ਬਿਨਾਂ ਕੋਈ ਕਰਮ ਨਹੀਂ ਕਰਨਗੇ। ਤੁਹਾਡੀ ਮੁਫਤ ਵਿੱਚ ਸਰਦਾਰੀ ਹੁੰਦੀ ਹੈ, ਕੇਵਲ ਪਹਿਰਾਵਾ ਪਹਿਨ ਕੇ ਵਿਖਾਵੇ ਦੇ ਕੰਮ ਕਰਨ ਵਾਲਾ। ਤੋ ਇਸ ਰਾਹ ਦੇ ਉੱਤੇ ਵੀ ਉਹਨਾਂ ਲਾਲਚੀ ਫਕੀਰਾਂ ਦੀ ਕੋਈ ਕਮੀ ਨਾ ਰਹੀ, ਜਿਹੜੇ ਮਨੋਂ ਤਾਂ ਹੰਕਾਰੀ ਸਨ
ਪਰ ਪਹਿਰਾਵੇ ਤੇ ਵਿਖਾਵੇ ਪੱਖੋਂ ਫਕੀਰ ਹੀ ਨਜ਼ਰ ਆਉਂਦੇ ਸਨ। ਹਰ ਜਗ੍ਹਾ ਤੇ ਇਸ ਤਰ੍ਹਾਂ ਵਾਪਰਦਾ। ਖੈਰ, ਤੋ ਗੁਰੂ ਪਾਤਸ਼ਾਹ ਮਹਾਰਾਜ ਨੇ ਉਹਨਾਂ ਬਾਬਤ ਵੀ ਬਾਣੀ ਦੇ ਵਿੱਚ ਆਖਿਆ, ਦਰਵੇਸ਼ੀ ਕੋ ਜਾਣਸੀ ਵਿਰਲਾ ਕੋ ਦਰਵੇਸ਼। ਜੇ ਘਰ ਘਰ ਹੰਡੈ ਮੰਗਦਾ ਧਿੱਗ ਜੀਵਨ ਧਿੱਗ ਵੇਸ। ਲੋਕਾਂ ਦੇ ਘਰਾਂ ਚੋਂ ਮੰਗਣ ਲਈ ਇੱਕ ਵਾਸ਼ਨਾ ਤਹਿਤ ਤੂੰ ਇਹ ਬਾਹਰੀ ਪਹਿਰਾਵਾ ਧਾਰਨ ਕਰ ਲਿਆ ਤੇ ਡਿਕਲੇਅਰ ਕਰ ਲਿਆ, ਸਾਬਤ ਕਰਨ ਦੀ ਕੋਸ਼ਿਸ਼ ਕਰਿਆ ਮੈਂ ਰੱਬ ਦਾ ਫਕੀਰ ਹਾਂ। ਹਜ਼ੂਰ ਕਹਿੰਦੇ ਨੇ ਫਟਕਾਰ ਯੋਗ ਹੈ ਤੇਰਾ ਪਹਿਰਾਵਾ, ਭਾਵੇਂ ਤੂੰ ਫਕੀਰਾਂ ਵਾਲਾ ਹੀ ਪਾਇਆ। ਫਟਕਾਰ ਯੋਗ ਹੈ ਤੇਰੀ ਜ਼ਿੰਦਗੀ, ਲਾਹਨਤ ਭਰੀ ਹੈ। ਤੂੰ ਇਹੋ ਜਿਹੇ ਲੋਕਾਂ ਦੀ ਰੀਸ ਕਰਨ ਤੁਰਿਆ ਹੋਇਆ ਜਿਹੜੇ ਮਨੋ ਫਕੀਰ ਨੇ, ਜਿਹੜੇ ਮਨੋ ਦਰਵੇਸ਼ ਨੇ। ਬਾਣੀ ਨੇ ਤਾਂ ਬਹੁਤ ਸੁੰਦਰ ਖਿਆਲਾਂ ਦੇ ਰਾਹੀਂ ਨਿਸ਼ਾਨੀਆਂ ਬਿਆਨ ਕੀਤੀਆਂ ਨੇ। ਅਸੀਂ ਬਾਣੀ ਦੇ ਵਿੱਚੋਂ ਪੜ੍ਹਦੇ ਹਾਂ, ਦਰਵੇਸ਼ਾਂ ਨੂੰ ਲੋੜੀਐ ਰੁੱਖਾਂ ਦੀ ਜੀਰਾਂਦ। ਇੱਥੋਂ ਤੱਕ ਵੀ ਪਾਤਸ਼ਾਹ ਨੇ ਬਾਣੀ ਦੇ ਵਿੱਚ ਆਖਿਆ, ਦਰ ਦਰਵੇਸ਼ੀ ਗਾਖੜੀ। ਉਹਦੇ ਦਰ ਦੀ ਫਕੀਰੀ ਕਮਾਉਣੀ ਔਖੀ ਹੈ, ਕਠਿਨ ਹੈ, ਆਪਾ ਤਿਆਗਣਾ ਪੈਂਦਾ ਹੈ। ਇਹ ਵੀ ਪਾਤਸ਼ਾਹ ਨੇ ਮੁਬਾਰਕ ਬਾਣੀ ਦੇ ਵਿੱਚ ਆਖਿਆ, ਕਹਿਣ ਲੱਗੇ, ਦਿਲ ਦਰਵਾਨੀ ਜੋ ਕਰੇ ਦਰਵੇਸ਼ੀ ਦਿਲ ਰਾਸ। ਇਸ਼ਕ ਮੁਹੱਬਤ ਨਾਨਕਾ ਲੇਖਾ ਕਰਤੇ ਪਾਸ। ਦਿਲ ਨੂੰ ਰਾਸ ਕਰੇ, ਮਾੜੇ ਪਾਸੇ ਤੋਂ ਰੋਕ ਲਵੇ ਔਰ ਇਸ ਨੂੰ ਕੰਟਰੋਲ ਵਿੱਚ ਰੱਖੇ, ਦਰਵੇਸ਼ ਉਹ ਹੈ। ਖਾਲੀ ਪਹਿਰਾਵਾ ਪਾਉਣ ਵਾਲਾ ਦਰਵੇਸ਼ ਨਹੀਂ ਹੋ ਸਕਦਾ। ਇਸ ਵਾਸਤੇ ਮਹਾਰਾਜ ਨੇ ਨਿਸ਼ਾਨੀਆਂ ਵੀ ਬਾਣੀ ਵਿੱਚ ਦੇ ਦਿੱਤੀਆਂ। ਇੱਥੇ ਫਰੀਦ ਸਾਹਿਬ ਕਹਿੰਦੇ ਨੇ, ਜਿਹੜੇ ਉਹਦੇ ਦਰ ਦੇ ਹੋ ਗਏ, ਦਰ ਦਰਵੇਸ਼ ਸੇ, ਉਹ ਅਸਲ ਫਕੀਰ ਨੇ। ਤਿੰਨ ਧਨ ਜਣੇਂਦੀ ਮਾਂ ਆਏ ਸਫਲ ਸੇ। ਉਹਨਾਂ ਦਾ ਜਗਤ ਵਿੱਚ ਆਉਣਾ ਸਫਲ ਹੈ। ਉਹਨਾਂ ਨੂੰ ਜਨਮ ਦੇਣ ਵਾਲੀ ਮਾਂ ਧਨ ਹੈ, ਉਹ ਕੁੱਖ ਧਨ ਹੈ ਜਿੱਥੋਂ ਉਹ ਜਾਏ। ਪਰਵਦਗਾਰ ਅਪਾਰ ਅਗੰਮ ਬੇਅੰਤ ਤੂੰ। हे ਮੇਰੇ ਮਾਲਕ ਪਰਮੇਸ਼ਰ ਜੀ, ਤੂੰ ਅਪਾਰ ਹੈ, ਤੇਰਾ ਪਾਰਾਵਾਰ ਕੋਈ ਨਹੀਂ, ਦੂਸਰਾ ਸਿਰਾ ਕੋਈ ਨਹੀਂ ਫੜ ਸਕਦਾ। ਤੂੰ ਅਪਹੁੰਚ ਹੈ, ਬੁੱਧੀ ਦੇ ਤਲ ਤੋਂ ਪਰੇ ਦੀ ਗੱਲ ਹੈ, ਬੁੱਧੀ ਦੇ ਤਲ ਤੋਂ ਪਰੇ ਦੀ ਗੱਲ ਹੈ। ਔਰ ਆਖਿਆ ਬੇਅੰਤ, ਅੰਤ ਤੋਂ ਰਹਿਤ ਹੈ ਤੂੰ। ਜਿਨ੍ਹਾਂ ਪਛਾਤਾ ਸੱਚ ਚੁੰਮਾ ਪੈਰ ਮੂੰਹ। ਜਿਨ੍ਹਾਂ ਨੇ ਐਸੇ ਸੱਚ ਪਰਮੇਸ਼ਰ ਨੂੰ ਪਛਾਣਿਆ, ਮੈਂ ਉਹਨਾਂ ਦੇ ਕਦਮ ਚੁੰਮ ਲਵਾਂ, ਉਹਨਾਂ ਦੇ ਪੈਰੀ ਪੈ ਜਾਵਾਂ। ਮੈਂ ਉਹਨਾਂ ਦਾ ਤਹਿ ਦਿਲੋਂ ਸਤਿਕਾਰ ਕਰਦਾ, ਆਦਰ ਕਰਦਾ। ਐਸੇ ਜੀਵਨ ਦਾ ਹਜ਼ੂਰ ਪਾਤਸ਼ਾਹ ਜੀ ਅਖੀਰਲੇ ਬਚਨ ਵਿੱਚ ਆਖਦੇ ਨੇ, ਤੇਰੀ ਪਨਾਹ ਖੁਦਾਏ ਤੂੰ ਬਖਸ਼ੰਦਗੀ। हे ਖੁਦਾਏ, हे ਮੇਰੇ ਮਾਲਕ ਪਰਮੇਸ਼ਰ, ਮੈਂ ਤੇਰੀ ਪਨਾਹ ਵਿੱਚ ਹਾਂ ਤੇ ਤੂੰ ਹੀ ਬਖਸ਼ਿਸ਼ ਕਰਨ ਵਾਲਾ। ਪਨਾਹ ਦਾ ਮਤਲਬ ਹੁੰਦਾ ਸ਼ਰਨ ਵਿੱਚ ਆਉਣਾ, ਸਮਰਪਣ ਹੋ ਜਾਣਾ। ਮੈਂ ਤੇਰੀ ਪਨਾਹ 'ਚ ਹਾਂ, ਤੇਰੀ ਸ਼ਰਨ ਵਿੱਚ ਹਾਂ, ਕਿਉਂਕਿ ਤੂੰ ਬਖਸ਼ਿਸ਼ ਕਰਨ ਵਾਲਾ ਹੈ, ਬਖਸ਼ੰਦਗੀ ਹੈ। ਸ਼ੇਰ ਫਰੀਦ ਹੈ ਖੈਰ ਦੀਜੈ ਬੰਦਗੀ। ਇਸ ਆਪਣੇ ਦਰ ਦੇ ਨਿਮਾਣੇ ਜਾਚਕ ਨੂੰ ਇੱਕ ਖੈਰ ਦੇ। ਖੈਰ ਦਾ ਮਤਲਬ ਹੈ ਦਾਨ। ਮੈਂ ਤੇਰੇ ਕੋਲ ਖੈਰ ਮੰਗਦਾ, ਦਾਨ ਮੰਗਦਾ। ਉਹ ਕੀ ਹੈ? ਬੰਦਗੀ ਦਾ, ਇਬਾਦਤ ਦਾ। ਤੇਰੀ ਇਬਾਦਤ, ਤੇਰੀ ਬੰਦਗੀ, ਤੇਰਾ ਚਿੰਤਨ ਤੇ ਤੇਰੀ ਯਾਦ ਸਦਾ ਮੇਰੇ ਮਨ ਵਿੱਚ ਵਸੀ ਰਹੇ। ਮੈਂ ਤੇਰੇ ਰੱਬੀ ਗੁਣਾਂ ਵਾਲੇ ਰਾਹ ਦੇ ਉੱਤੇ ਚੱਲ ਕੇ ਆਪਣੇ ਜੀਵਨ ਨੂੰ ਸਚਿਆਰਾ ਬਣਾ ਸਕਾਂ। ਇਹੀ ਮੇਰੀ ਇੱਕੋ ਮੰਗ ਹੈ, ਇੱਕੋ ਦਾਨ ਹੈ ਜੋ ਮੈਂ ਤੇਰੇ ਕੋਲੋਂ ਮੰਗ ਰਿਹਾ। ਪਾਤਸ਼ਾਹ ਰਹਿਮਤ ਕਰਨ। ਸ਼ਬਦ ਅੰਦਰ ਦਰਸਾਇਆ ਮੁਬਾਰਕ ਉਪਦੇਸ਼ ਸਾਡੇ ਜੀਵਨ ਦਾ ਹਿੱਸਾ ਬਣੇ। ਪਾਤਸ਼ਾਹ ਦੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨ। ਸਭਨਾਂ ਦਾ ਧੰਨਵਾਦ। ਅਦਬ ਸਾਹਿਬ ਗੁਰੂ ਫਤਿਹ ਨਾਲ ਸਾਂਝ ਬਣਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।